ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਅੱਜ ਇੱਕ ਡੈਮੋਕ੍ਰੈਟਿਕ ਜੋ ਰਿਪਰੈਜ਼ੈਂਟੇਟਿਵ ਸੀਗੇ ਹੈਨਰੀ ਕੁਇਲਰ ਟੈਕਸਸ ਤੋਂ ਸੀਗਾ ਉਹਨੂੰ ਉਹਦੇ ਤੇ ਬ੍ਰਾਈਬਰੀ ਚਾਰजेस ਲੱਗੇ ਹੋ ਸੀ ਤੇ ਉਸ ਨੂੰ ਜਿਹੜਾ ਆ ਪਾਰਡਨ ਕਰ ਦਿੱਤਾ ਹੈਗਾ ਇਹ ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਹੈ ਤੇ ਉਸ ਦੀ ਵਾਈਫ ਜਿਹੜੀ ਕੁਇਲਰ ਦੀ ਵਾਈਫ ਹੈ ਮੈਲਡਾ ਉਹਨੇ ਟਰੂਥ ਸੋਸ਼ਲ ਦੇ ਉੱਤੇ ਦੱਸਿਆ ਪਈ ਇਹ ਇੱਕ ਤਰ੍ਹਾਂ ਦੇ ਨਾਲ ਜਸਟਿਸ ਡਿਪਾਰਟਮੈਂਟ ਵੱਲੋਂ ਵੈਪਨਾਈਜ਼ ਕੀਤਾ ਗਿਆ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਤੇ ਪਰ ਧੱਕਾ ਸੀਗਾ ਇਸ ਕਰਕੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਸ ਨੂੰ ਜਿਹੜਾ ਆ ਮਾਫ ਕਰ ਦਿੱਤਾ ਹੈਗਾ ਟੈਕਸਸ ਦਾ ਇਹ ਜਿਹੜਾ ਡੈਮੋਕ੍ਰੇਟ ਆ ਇਹ ਯੂਜ਼ਲੀ ਓਪਨ ਬਾਰਡਰ ਤੇ ਬਾਈਡਨ ਬਾਰਡਰ ਦੇ ਅਗੇਂਸਟ ਬੋਲਦਾ ਰਹਿੰਦਾ ਸੀ ਸੋ ਟਰੰਪ ਉਹਨਾਂ ਨੇ ਇਹ ਕਿਹਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਤੇ ਜਿਹੜੀਆਂ ਕਿਊਲਰ ਦੀਆਂ ਬੇਟੀਆਂ ਸੀਗੀਆਂ ਉਹਨਾਂ ਨੇ ਕਲੈਮੈਂਸੀ ਦੀ ਜਿਹੜੀ ਰਿਕੁਐਸਟ ਆ ਪਾਈ ਸੀ ਪ੍ਰੈਜ਼ੀਡੈਂਟ ਟਰੰਪ ਦੇ ਕੋਲ ਤੇ ਉਸ ਨੇ ਜਿਹੜਾ ਆ ਟਰੰਪ ਉਹਨਾਂ ਨੇ ਇਸ ਨੂੰ ਮਾਫ ਕਰ ਦਿੱਤਾ ਹੈਗਾ ਇਹੀ ਨਹੀਂ ਇਸ ਦੀ ਜਿਹੜੀ ਘਰ ਵਾਲੀ ਐਮੈਲਡਾ ਆ ਉਸ ਨੂੰ ਵੀ ਪਾਰਡਨ ਰਾਸ਼ਟਰਪਤੀ ਜਿਹੜੇ ਉਹ ਕਰਨਗੇ ਉਹਨੂੰ ਵੀ ਇੰਡਾਈਟ ਕੀਤਾ ਗਿਆ ਸੀ ਸੇਮ ਚਾਰजेस ਦੇ ਤਹਿਤ ਅਜੇ ਕੱਲ ਹੀ ਨਸ਼ਿਆਂ ਦੇ ਜਿਹੜੇ ਸੌਦਾਗਰ ਹੌਂਡਰਸ ਦੇ ਸਾਬਕਾ ਰਾਸ਼ਟਰਪਤੀ ਉਸ ਨੂੰ ਰਾਸ਼ਟਰਪਤੀ ਟਰੰਪ ਨੇ ਮਾਫ ਕੀਤਾ ਜਿਹਨੇ 45 ਸਾਲ ਦੀ ਸਜ਼ਾ ਜਿਹੜੀ ਉਹ ਕੱਟਣੀ ਸੀਗੀ ਤੇ ਕਈ ਡੈਮੋਕ੍ਰੇਟ ਵੀ ਹੈਰਾਨ ਰਹਿ ਗਏ ਆ ਵੀ ਇਹ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਨੂੰ ਕਿੱਦਾਂ ਜਿਹੜਾ ਉਹਨਾਂ ਨੇ ਮਾਫ ਜਿਹੜਾ ਉਹ ਕਰ ਦਿੱਤਾ ਹੋ ਸਕਦਾ ਵੀ ਇਸਨੇ ਆਪਣੀ ਜਿਹੜੇ ਆ ਉਹ ਇਵੈਂਚੁਅਲੀ ਪਾਰਟੀ ਜਿਹੜੀ ਇਸ ਬੰਦੇ ਨੇ ਵੀ ਜਿਹੜੀ ਨਾਲ ਦੇ ਨਾਲ ਬਦਲਣੀ ਹੋਵੇ ਪਰ ਇਹ ਇੱਕ ਟ੍ਰੈਂਡ ਜਿਹੜਾ ਉਹ ਆਪਾਂ ਇਸ ਟਾਈਮ ਦੇਖ ਰਹੇ ਹਾਂ ਖਾਸ ਕਰਕੇ ਉਹਨਾਂ ਲੋਕਾਂ ਨੂੰ ਮਾਫੀਆਂ ਜਿਹੜੀਆਂ ਖਾਸੀਆਂ ਜਿਹੜੀਆਂ ਉਹ ਮਿਲ ਰਹੀਆਂ ਆ ਜਿਹੜੀਆਂ ਥੋੜੇ ਧਨਾੜ ਵੀ ਆ ਤੇ ਇਸ ਢੰਗ ਦੇ ਨਾਲ ਜਿਹੜੇ ਟਰੰਪ ਹੋਣਾ ਦੇ ਨਾਲ ਜਿਹੜੀ ਆ ਜਾਂ ਉਹਨਾਂ ਦੇ ਪੱਖ ਦੀ ਜਿਹੜੀ ਗੱਲ ਕਰਦੇ ਹੈਗੇ ਆ ਹੌਂਡਰਸ ਦਾ ਜਿਹੜਾ ਰਾਸ਼ਟਰਪਤੀ ਆ ਉਹ ਜਿਸ ਨੂੰ ਪਾਰਡਨ ਕੀਤਾ ਸੀ ਟਰੰਪ ਹੋਣਾ ਨੇ ਕੱਲ ਉਸ ਨੂੰ ਪ੍ਰਿਜ਼ਨ ਦੇ ਵਿੱਚੋਂ ਰਿਲੀਜ਼ ਜਿਹੜਾ ਆ ਉਹ ਕਰ ਦਿੱਤਾ ਗਿਆ ਆ ਉਹ ਹੁਣ ਜੇਲ੍ਹ ਤੋਂ ਜਿਹੜਾ ਉਹ ਬਾਹਰ ਆ ਚੁੱਕਾ ਹੈਗਾ ਆ ਸੋ ਹੁਣ ਉੱਥੇ ਇਲੈਕਸ਼ਨਾਂ ਜਿਹੜੀਆਂ ਹੋਣੀਆਂ ਤੇ ਇੱਧਰ ਜਿਹੜਾ ਕਿਊਲਰ ਆ ਉਹ ਜਿੱਦਾਂ ਤੁਸੀਂ ਦੱਸਿਆ ਵੀ ਉਹ ਬਾਈਡਨ ਉਹਨਾਂ ਦੇ ਉਲਟ ਉਹਨਾਂ ਦੇ ਬਾਰਡਰ ਦੇ ਉਲਟ ਬੋਲਦਾ ਸੀਗਾ ਤੇ ਉਸੇ ਚੀਜ਼ ਨੂੰ ਦੇਖਦੇ ਹੋਏ ਹੁਣ ਲੱਗਦਾ ਟਰੰਪ ਹੋਣਾ ਨੇ ਇਸ ਨੂੰ ਮਾਫ ਕਰ ਦਿੱਤਾ ਤੇ ਉਹਦੀ ਵਾਈਫ ਨੂੰ ਵੀ ਜਿਹੜਾ ਆ ਉਹ ਮਾਫੀ ਪਾਰਡਨ ਜਿਹੜਾ ਉਹ ਮਿਲਣ ਜਿਹੜਾ ਉਹ ਜਾ ਰਿਹਾ ਹੈਗਾ ਆ ਸੋ ਉਹਨਾਂ ਦੀ ਜਿਹੜੀ ਵਾਈਫ ਨੇ ਹੀ ਜਿਹੜਾ ਆਖਿਆ ਸੀਗਾ ਵੀ ਧੰਨਵਾਦ ਜਿਹੜਾ ਉਹ ਆਪਾਂ ਕਰਦੇ ਆ ਇਹਨਾਂ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਲੀਡਰਸ਼ਿਪ ਦਾ ਟਰੰਪ ਹੋਣਾ ਦਾ ਵੀ ਉਹਨਾਂ ਨੇ ਇਹਨਾਂ ਨੂੰ ਮਾਫ ਕਰਤਾ $6 ਲੱਖ ਦੇ ਹਰਜੋਤ ਸਿੰਘ ਜੀ ਰਿਸ਼ਵਤ ਆ ਇਸ ਬੰਦੇ ਦੇ ਉੱਤੇ ਦੋਸ਼ ਸੀਗੇ ਇਸਨੇ ਲਏ ਆ ਵੀ ਯੂਐਸ ਦੀ ਫੋਰਨ ਪਾਲਿਸੀ ਮੈਕਸੀਕਨ ਬੈਂਕ ਤੇ ਆਜ਼ਰਬਾਈਜਾਨ ਦੇ ਹੱਕ ਦੇ ਵਿੱਚ ਉਸ ਨੂੰ ਕਰਨ ਦੇ ਲਈ ਸੋ ਇਹ ਟੌਪ ਦਾ ਡੈਮੋਕ੍ਰੇਟ ਸੀਗਾ ਹਾਊਸ ਦੀ ਅਪਰੋਪਰੀਏਸ਼ਨ ਸਬ ਕਮੇਟੀ ਦੇ ਵਿੱਚ ਜਿਹੜਾ ਨੈਸ਼ਨਲ ਸਿਕਿਉਰਿਟੀ ਦੇ ਮਾਮਲਿਆਂ ਨੂੰ ਡੀਲ ਕਰਦੀ ਸੀਗੀ ਤੇ ਜਿਹੜਾ ਯੂਐਸ ਦੀ ਸਿਕਿਉਰਿਟੀ ਸਪੈਂਡਿੰਗ ਆਜ਼ਰਬਾਈਜਾਨ ਦੇ ਵਿੱਚ ਵਧਾਉਣ ਦੇ ਵਿੱਚ ਇਸ ਦੀ ਭੂਮਿਕਾ ਰਹੀ ਸੀ ਤੇ ਬਾਅਦ ਚ ਪਤਾ ਲੱਗਾ ਸੀਗਾ ਵੀ ਇਸ ਨੇ ਜਿਹੜੇ $6 ਲੱਖ ਰਿਸ਼ਵਤ ਆ ਇਹ ਇਸ ਜੋੜੇ ਨੇ ਲਈ ਸੀਗੀ ਉਹਨਾਂ ਨੂੰ ਜਿਹੜਾ ਉਹ ਕਰਾਉਣ ਦੇ ਲਈ ਇੱਕ ਮੈਕਸੀਕਨ ਬੈਂਕ ਦੇ ਤਰਫੋਂ ਵੀ ਇਸ ਨੇ ਰਿਸ਼ਵਤ ਲਈ ਸੀ ਕ੍ਰਿਮੀਨਲ ਮਨੀ ਲਾਂਡਰਿੰਗ ਲਾਜ਼ ਉਹਨਾਂ ਦੇ ਉਲਟ ਢਿੱਲੇ ਜਿਹੜੇ ਉਹ ਰੱਖਣ ਇਹਦੇ ਲਈ ਇਸ ਨੇ ਜਿਹੜੀ ਰਿਸ਼ਵਤ ਲੈ ਕੇ ਉਹ ਕੰਮ ਕੀਤਾ ਸੀ ਇਹਨੇ ਆਪਣੇ ਆਪ ਨੂੰ ਨਿਰਦੋਸ਼ ਆਖਿਆ ਸੀ ਪਰ ਇਵੈਂਚੁਅਲੀ ਇਹ ਦੋਸ਼ ਜਿਹੜੇ ਸਾਬਤ ਹੋਣ ਤੋਂ ਬਾਅਦ ਚ ਇਸ ਨੂੰ ਸਜ਼ਾ ਜਿਹੜੀ ਉਹ ਹੋ ਚੁੱਕੀ ਸੀ ਰਿਪੋਰਟਰਸ ਨੂੰ ਇਸਨੇ ਕਹਿ ਦਿੱਤਾ ਆ ਵੀ ਉਹ ਹਾਲ ਦੀ ਘੜੀ ਪਾਰਟੀਆਂ ਜਿਹੜੀਆਂ ਉਹ ਸਵਿਚ ਨਹੀਂ ਕਰ ਰਿਹਾ ਪਰ ਰੀ-ਇਲੈਕਸ਼ਨ ਦੇ ਲਈ ਉਹ ਰਨ ਕਰੇਗਾ ਅਗਲੀ ਖਬਰ ਵੱਲ ਚਲੀਏ ਤੇ ਇਮੀਗ੍ਰੇਸ਼ਨ ਕ੍ਰੈਕਡਾਊਨ ਨਿਊ ਆਰਲੀਨਸ ਦੇ ਵਿੱਚ ਆਲਰੇਡੀ ਸ਼ੁਰੂ ਹੋ ਚੁੱਕਾ ਆ ਤੇ ਇਸ ਆਪਰੇਸ਼ਨ ਦਾ ਨਾਮ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਰੱਖ ਦਿੱਤਾ ਹੈ ਆਪਰੇਸ਼ਨ ਕੈਟਾਹੋਲਾ ਕਰੰਚ ਕਰਕੇ ਇਸ ਦਾ ਨਾਮ ਦੱਸਿਆ ਗਿਆ ਆ ਇਸ ਤੋਂ ਬਿਨਾਂ ਜਿਹੜੇ ਅਨਡਾਕੂਮੈਂਟਡ ਸੋਮਾਲੀ ਇਮੀਗ੍ਰੈਂਟਸ ਆ ਮਿਨੇਆਪੋਲਿਸ ਤੇ ਸੈਂਟ ਪਾਲ ਮਿਨੇਸੋਟਾ ਦੇ ਵਿੱਚ ਉੱਥੇ ਵੀ ਕਹਿੰਦੇ ਇਹ ਆਪਰੇਸ਼ਨ ਹੋਣ ਜਾ ਰਿਹਾ ਜੋ ਫੈਡਰਲ ਆਫੀਸ਼ੀਅਲਸ ਕਹਿ ਰਹੇ ਹੈਗੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੈਬਨਿਟ ਮੀਟਿੰਗ ਦੇ ਵਿੱਚ ਸੋਮਾਲੀਅਨ ਇਮੀਗ੍ਰੈਂਟਸ ਨੂੰ ਇੱਕ ਤਰ੍ਹਾਂ ਦੇ ਨਾਲ ਗਰਵ ਵਿੱਚ ਸ਼ਬਦ ਕਰਕੇ ਯੂਜ਼ ਕੀਤਾ ਸੀ ਉਹਨਾਂ ਨੂੰ ਕਿਹਾ ਸੀ ਵੀ ਗੋ ਬੈਕ ਟੂ ਵੇਅਰ ਦੇ ਕੇਮ ਫਰੋਮ ਨਿਊ ਆਰਲੀਨਸ ਤੇ ਮਿਨੇਸੋਟਾ ਦੇ ਵਿੱਚ ਇਮੀਗ੍ਰੇਸ਼ਨ ਜਿਹੜਾ ਕ੍ਰੈਕਡਾਊਨ ਆ ਇਹ ਲਗਭਗ ਜਿਹੜੀਆਂ ਡੈਮੋਕ੍ਰੈਟਿਕਲੀ ਹੈਲਡ ਸ਼ਹਿਰ ਹੈਗੇ ਆ ਜਿੱਦਾਂ ਲਾਸ ਐਂਜਲਸ ਆ ਸ਼ਿਕਾਗੋ ਆ ਮੈਂਫਿਸ ਟੈਨਸੀ ਸ਼ਾਰਲਟ ਨਾਰਥ ਕੈਰੋਲੀਨਾ ਉਹਨਾਂ ਤੋਂ ਬਾਅਦ ਜਿਹੜਾ ਆ ਇਹ ਸ਼ੁਰੂ ਕੀਤਾ ਗਿਆ ਹੈਗਾ
ਸੋ ਇਹਨੂੰ ਦੇਖਦੇ ਹੋਏ ਕਹਿੰਦੇ ਵੀ ਨਿਊ ਆਰਲੀਨ ਦੇ ਵਿੱਚ ਇੱਕ ਰੈਸਟੋਰੈਂਟ ਨੇ ਇੱਕ ਬਿਸਲ ਇਦਾਂ ਦੀ ਬਣਾਈ ਆ। ਉਹ ਕਹਿੰਦੇ ਤਾਂ ਕਿ ਜਿਹੜੀ ਕਮਿਊਨਿਟੀ ਆ ਉਹ ਸੇਫ ਰਹੇ, ਤੇ ਜੇ ਉਹਨਾਂ ਨੂੰ ਲੱਗੇ ਵੀ ਕਿਤੇ ਇਮੀਗ੍ਰੇਸ਼ਨ ਵਾਲੇ ਆ ਗਏ ਆ ਤੇ ਉਹ ਕਹਿੰਦੇ ਵੀ ਬਿਸਲ ਜਿਹੜੀ ਆ ਉਹ ਵਜਾ ਦੇਣਗੇ ਤਾਂ ਕਿ ਲੋਕ ਉੱਥੋਂ ਚਲੇ ਜਾਣ। ਸੋ ਆਈਸ ਬਿਸਲਸ ਕਰਕੇ ਉਹਦਾ ਨਾਂ ਦੱਸਿਆ ਗਿਆ ਹੈ। ਕਹਿੰਦੇ ਵੀ ਇਹਨੂੰ ਸੇਫ, ਇਹਨੂੰ ਰੱਖੋ ਆਪਣੇ ਹਰ ਇੱਕ ਬਿਜ਼ਨਸ ਦੇ ਵਿੱਚ, ਤੇ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ। FBI ਨੇ ਇਹ ਕਿਹਾ ਵੀ ਆਪਾਂ ਕਿਸੇ ਤਰ੍ਹਾਂ ਦਾ ਜਿਹੜਾ ਅਸੌਲਟ ਆ ਉਹ ਲਾ ਇਨਫੋਰਸਮੈਂਟ ਦੇ ਉੱਤੇ ਜਾਂ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਆਫੀਸਰਸ ਆ ਉਹਨਾਂ ਦੇ ਉੱਤੇ ਬਰਦਾਸ਼ਤ ਨਹੀਂ ਕਰਾਂਗੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਨਿਊਯਾਰਕ 'ਚ, ਸ਼ਿਕਾਗੋ 'ਚ ਕਾਫੀ ਅਸੌਲਟ ਜਿਹੜੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਆਫੀਸਰਸ ਆ ਉਹਨਾਂ ਦੇ ਉੱਤੇ ਹੋਏ ਹੈਗੇ ਆ। ਸੋ ਇਹ ਜੋ FBI ਆ ਉਹ ਇਹ ਕਹਿ ਰਹੀ ਹੈ ਵੀ ਆਪਾਂ ਪੂਰਾ ਸਾਥ ਉਹਨਾਂ ਦਾ ਦੇਵਾਂਗੇ। ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਨਿਊ ਆਰਲੀਨਸ ਦੇ ਵਿੱਚ ਕਲੋਜ਼ ਹੋ ਗਏ। ਉਹ ਕਹਿੰਦੇ ਪਈ ਅਸੀਂ ਸੇਫ ਰੱਖਣਾ ਚਾਹੁੰਦੇ ਆ ਤਾਂ ਕਿ ਜਿਹੜਾ ਇਮੀਗ੍ਰੇਸ਼ਨ ਆਪਰੇਸ਼ਨ ਜਿਹੜਾ ਇਹ ਚੱਲਣਾ ਆ ਇਹਦੇ ਦੌਰਾਨ ਕੋਈ ਲੋਕ ਉੱਦਾਂ ਦੇ ਅਰੈਸਟ ਨਾ ਹੋਣ। ਸੋ ਲੋਕਾਂ ਨੇ ਆਪਣੇ ਜਿਹੜੇ ਬਿਜ਼ਨੈਸਸ ਆ ਉੱਤੇ ਬੜੇ-ਬੜੇ ਸਾਈਨ ਲਾਤੇ, ਕਲੋਜ਼ਡ, ਆਈਸ CBP ਏਜੰਟ, ਡੂ ਨਾਟ ਐਂਟਰ, ਨੋ ਆਈਸ ਸਕਸੈਸ ਇਨ ਦਿਸ ਬਿਜ਼ਨਸ, ਇਦਾਂ ਦੇ ਜਿਹੜੇ ਸਾਈਨ ਲਾਏ ਹੋਏ ਹੈਗੇ ਆ। ਜੋ ਨਿਊ ਆਰਲੀਨਸ ਦੀ ਇਨਕਮਿੰਗ ਮੇਅਰ ਆ ਉਹਨਾਂ ਨੇ ਇਹ ਕਿਹਾ ਵੀ ਰੇਸ਼ੀਅਲ ਪ੍ਰੋਫਾਈਲਿੰਗ ਆ ਇਮੀਗ੍ਰੇਸ਼ਨ ਕਰੈਕਟਾਊਨ ਦੇ ਵਿੱਚ। ਮੇਅਰ ਇਲੈਕਟ ਹੈਲੇਨਾ ਮਰੇਨੋ ਉਹ ਇਹ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦੇ ਵੀ ਘੱਟੋ ਘੱਟ 5000 ਅਰੈਸਟ ਜਾਂ ਇਸ ਤੋਂ ਵੱਧ ਜਿਹੜੇ ਅਰੈਸਟ ਆ ਉਹ ਆਪਾਂ ਨਿਊ ਆਰਲੀਨਸ ਏਰੀਏ ਦੇ ਵਿੱਚ ਕਰਾਂਗੇ ਜਦੋਂ ਇਹ ਹੁਣ ਰੇਡ ਸ਼ੁਰੂ ਹੋਣੀ ਆ। ਬਿਲਕੁਲ, ਨਿਊ ਆਰਲੀਨਸ ਦੇ ਨਾਲ-ਨਾਲ ਜਿਹੜੀਆਂ ਟਵਿਨ ਸਿਟੀਜ਼ ਆ ਉਹਨਾਂ ਦੇ ਉੱਤੇ ਮਿਨਿਆਪੋਲਿਸ ਦੇ ਵਿੱਚ ਵੀ ਆਪਰੇਸ਼ਨ ਦਾ ਨਾਂ ਜਿਹੜਾ ਹਰਜੋਤ ਸਿੰਘ ਜੀ ਰੱਖਿਆ ਗਿਆ ਆ ਜਿਹੜਾ ਕੈਟਾਹੂਲਾ ਕਰੰਚ। ਕੈਟਾਹੂਲਾ ਜਿਹੜਾ ਲੂਜ਼ੀਆਨਾ ਦਾ ਕਹਿ ਲਓ ਵੀ ਸਟੇਟ ਅਫੀਸ਼ੀਅਲ ਸਟੇਟ ਡੌਗ ਆ 1979 ਤੋਂ। ਕੈਟਾਹੂਲਾ ਲਿਓਪਰਡ ਡੌਗ ਜਿਹੜਾ ਹੁੰਦਾ ਆ, ਸੋ ਇਹਦਾ ਨਾਮ ਉਸ ਸੰਦਰਭ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਲੂਜ਼ੀਆਨਾ ਦੇ ਸਵਾਮਪਸ ਦੇ ਵਿੱਚ ਲੈਜੈਂਡ ਦੱਸਦੇ ਆ ਵੀ ਇਹ ਜਿਹੜੇ ਇਹ ਬਰੀਡ ਦੇ ਜਿਹੜੇ ਕੈਟਾਹੂਲਾ ਡੌਗਸ ਆ ਉਹ ਮਿਲੇ ਸੀਗੇ ਕੈਟਾਹੂਲਾ ਲੇਕ ਦੇ ਤੇ ਪੈਰਿਸ਼ਸ ਦੇ ਜਿਹੜੇ ਉਹ ਵਿੱਚ, ਤੇ ਇਹ ਨੇਟਿਵ ਆ ਕਿ ਨਹੀਂ ਇਹ ਅਨਕਨਫਰਮਡ ਆ, ਪਰ ਸੂਬੇ ਦਾ ਹੀ ਜਿਹੜਾ ਐਨੀਮਲ ਆ ਜਾਂ ਡੌਗ ਆ ਉਸੇ ਦੇ ਨਾਮ ਦੀ ਵਰਤੋਂ ਕਰਦੇ ਹੋਏ ਇਹ ਜਿਹੜਾ ਸਪੈਸ਼ਲ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਆ। DHS ਨੇ ਜਿਹੜਾ ਉਹ ਲਾਂਚ ਕੀਤਾ, ਉਹਨਾਂ ਦੀ ਆਪਣੀ ਵੈਬਸਾਈਟ ਦੇ ਉੱਤੇ ਵੀ ਆ ਵੀ DHS launches Operation Catahoula Crunch in New Orleans targeting criminal illegal aliens released from jail and back into American communities। ਸੋ ਕਹਿੰਦੇ ਵੀ ਜਿਹੜੇ ਲੋਕਾਂ ਨੂੰ ਇਹਨਾਂ ਨੇ ਛੱਡਿਆ ਸੀਗਾ, ਜਿਹੜੇ ਫੜੇ ਸੀਗੇ ਇਲੀਗਲ ਏਲੀਅਨਸ ਦੇ, ਤੇ ਉਹਨਾਂ ਨੂੰ ਹੁਣ ਦੁਬਾਰਾ ਅਮਰੀਕਨ ਕਮਿਊਨਿਟੀਜ਼ ਦੇ ਵਿੱਚ ਛੱਡ ਦਿੱਤਾ ਆ, ਉਹਦੇ ਕਰਕੇ ਅਸੀਂ ਇਹ ਸਾਰਾ ਕੁਝ ਜਿਹੜਾ ਕਰ ਰਹੇ ਆ। ਸੋ ਤੁਸੀਂ ਡੌਗ ਵਿਸਲਸ ਦੇ ਬਾਰੇ ਜਿਹੜਾ ਉਹ ਦੱਸਿਆ ਆ, ਕੰਮ ਪੂਰਾ ਜਿਹੜਾ ਉਹ ਭਖਣ ਜਿਹੜਾ ਹਰਜੋਤ ਸਿੰਘ ਜੀ ਜਾ ਰਿਹਾ ਹੈਗਾ ਆ, ਤੇ ਮਾਹੌਲ ਇਸੇ ਤਰੀਕੇ ਦੇ ਨਾਲ ਤੱਤਾ ਰਹੇਗਾ। ਅਸਿਸਟੈਂਟ ਸਕੱਤਰ ਜਿਹੜੇ ਟ੍ਰੀਸ਼ੀਆ ਮੈਕਲਾਫਲਿਨ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਸੈਂਚੁਰੀ ਸਿਟੀ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਨੇ ਅਮਰੀਕਨ ਕਮਿਊਨਿਟੀਜ਼ ਭਾਈਚਾਰਿਆਂ ਨੂੰ ਜਿਹੜਾ ਉਹ ਖਤਰਾ ਪ੍ਰਦਾਨ ਕੀਤਾ ਆ ਵੀ ਇਲੀਗਲ ਜਿਹੜੇ ਏਲੀਅਨਸ ਆ ਉਹਨਾਂ ਨੂੰ ਇਹ ਛੱਡ ਦਿੰਦੇ ਆ, ਤੇ ਇਹ ਜਿਹੜੇ ਹੁਣ ਸਾਡਾ ਫਰਜ਼ ਆ ਵੀ ਅਸੀਂ ਇਹਨਾਂ ਨੂੰ ਜਿਹੜਾ ਉਹ ਮੁਲਕ ਤੋਂ ਬਾਹਰ ਕੱਢਿਆ ਜਾਵੇ। ਉਹਨਾਂ ਨੇ ਕੁਝ ਉਦਾਹਰਨਾਂ ਜਿਹੜੀਆਂ ਆ ਤਸਵੀਰਾਂ ਲਾ ਕੇ DHS ਦੀ ਆਪਣੀ ਜਿਹੜੀ ਆ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇਹ ਬੰਦੇ ਜਿਹੜੇ ਇਲੀਗਲ ਏਲੀਅਨਸ ਨੇ, ਕ੍ਰਿਮੀਨਲ ਨੇ, ਤੇ ਇਹਨਾਂ ਨੂੰ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ ਸੀਗਾ, ਜਿਨ੍ਹਾਂ ਉੱਤੇ ਐਗਰੀਵੇਟਿਡ ਅਸੌਲਟ, ਚਾਈਲਡ endangerment, assault with firearm, domestic abuse, criminal conspiracy, driving under the influence, burglary tools, fraud, false impersonation, battery, grand theft auto, robberies, second degree battery, criminal trespassing, third degree rape, ਵੀ ਇਦਾਂ ਦੇ ਜਿਹੜੀਆਂ ਲੋਕਾਂ ਦੀਆਂ ਉਹਨਾਂ ਨੇ ਤਸਵੀਰਾਂ ਲਾ ਕੇ ਦੱਸਿਆ ਵੀ ਆਹ ਦੇਖੋ ਇਹ ਬੰਦੇ ਇਹਨਾਂ ਨੇ ਛੱਡ ਦਿੱਤੇ, ਇਹ ਕ੍ਰਿਮੀਨਲ ਇਲੀਗਲ ਏਲੀਅਨ ਸੀਗੇ, ਤੇ ਹੁਣ ਅਜਿਹੇ ਲੋਕਾਂ ਦੇ ਕਰਕੇ ਅਮਰੀਕਾ ਜਿਹੜਾ ਆ, ਅਮਰੀਕਾ ਦੇ ਲੋਕ ਆ ਉਹ ਖਤਰੇ 'ਚ ਆ, ਤੇ ਇਹਨਾਂ ਨੂੰ ਜਿਹੜਾ ਅਸੀਂ ਬਾਹਰ ਜਿਹੜਾ ਉਹ ਕੱਢਾਂਗੇ। ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ ਵੀ ਬਹੁਤ ਸਾਰੇ ਜਿਹੜੇ ਰੈਸਟੋਰੈਂਟ ਆ ਉਹ ਸਟੈਂਡ ਵੀ ਜਿਹੜਾ ਨਾਲ ਦੇ ਨਾਲ ਲੈ ਰਹੇ ਆ, ਕਈਆਂ ਨੇ ਤਾਂ ਬਾਹਰ ਇੱਥੋਂ ਤੱਕ ਵੀ ਪੋਸਟਰਸ ਜਿਹੜੇ ਉਹ ਲਾ ਦਿੱਤੇ, ICE CBP agents do not have consent to enter this business unless they have a valid judicial warrant।
staff are not authorized to consent access to this business, so no ICE access। ਸੋ ਕਈਆਂ ਨੇ ਇਸ ਤਰੀਕੇ ਦਾ ਵੀ ਜਿਹੜਾ ਉਹ ਸਟੈਂਡ ਜਿਹੜਾ ਉਹ ਲਿਆ ਆ। ਜਿਹੜੀ ਨਿਊ ਆਰਲੀਨਸ ਦੀ ਮੇਅਰ ਜਿਹੜੀ ਉਹ ਆ ਰਹੀ ਹੈ, ਜਿੱਦਾਂ ਤੁਸੀਂ ਦੱਸਿਆ ਵੀ ਇਮੀਗ੍ਰੇਸ਼ਨ ਕ੍ਰੈਕਡਾਊਨ ਜਿਹੜਾ ਉਹ ਉਸ ਦੇ ਵਿੱਚ ਕਰ ਰਹੇ ਆ, ਰੇਸ਼ੀਅਲ ਪ੍ਰੋਫਾਈਲਿੰਗ ਹੈਗੇ ਆ। ਉਧਰ ਮਿਨੇਆਪੋਲਿਸ ਦੇ ਜਿਹੜੇ ਅਧਿਕਾਰੀ ਆ ਉਹ ਕਹਿ ਰਹੇ ਆ ਆਪਣੇ ਜਿਹੜੀ ਸੋਮਾਲੀ ਕਮਿਊਨਿਟੀ ਉਹਨਾਂ ਨੂੰ ਵੀ ਅਸੀਂ ਤੁਹਾਡੇ ਅਧਿਕਾਰਾਂ ਦੀ ਰੱਖਿਆ ਜਿਹੜੀ ਉਹ ਕਰਾਂਗੇ। ਸੋਮਾਲੀਆਂ ਦੇ ਬਾਰੇ ਹਰਜੋਤ ਸਿੰਘ ਜੀ ਨੇ ਦੱਸ ਹੀ ਦਿੱਤਾ ਵੀ ਕਿੱਦਾਂ ਇਲਹਾਨ ਉਮਰ ਤੇ ਜਿਸ ਮੁਲਕ ਤੋਂ ਆਉਂਦੀ ਆ ਉੱਥੋਂ ਦੇ ਲੋਕਾਂ ਦੇ ਬਾਰੇ ਕੀ ਨਜ਼ਰੀਆ ਰਾਸ਼ਟਰਪਤੀ ਟਰੰਪ ਰੱਖਦੇ ਆ, ਜਾਂ ਕਿੱਦਾਂ ਦੇ ਬਿਆਨ ਜਾਂ ਭੱਦੀ ਸ਼ਬਦਾਵਲੀ ਉਹਨਾਂ ਦੇ ਲਈ ਜਿਹੜੀ ਉਹ ਵਰਤੀ ਉਹਨਾਂ ਦੇ ਦੁਆਰਾ ਗਈ ਆ, ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ। ਸੋ ਵਾਰੀ ਸਿਰ ਇਸ ਮੌਕੇ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਮੀਗ੍ਰੇਸ਼ਨ ਕ੍ਰੈਕਡਾਊਨ ਜਿਹੜਾ ਉਹ ਤੇਜ਼ ਹੋ ਰਿਹਾ ਆ, ਤੇ ਹੁਣ ਵਾਰੀ ਨਿਊ ਆਰਲੀਨਸ ਦੀ ਕਹਿ ਲਓ, ਲੂਜ਼ੀਆਨਾ ਵਾਲੇ ਪਾਸੇ ਇਲਾਕੇ ਦੀ, ਉਧਰ ਦੀ, ਤੇ ਮਿਨੇਆਪੋਲਿਸ ਦੀ ਜਿਹੜੀ ਉਹ ਆ ਚੁੱਕੀ ਆ, ਜਿੱਥੇ ਆਪਰੇਸ਼ਨ ਕੈਟਾਹੁਲਾ ਕਰੰਚ ਜਿਹੜਾ ਆ ਉਹ ਚਾਲੂ ਕਰ ਦਿੱਤਾ ਗਿਆ ਆ। ਮਿਨੇਆਪੋਲਿਸ ਤੇ ਸੇਂਟ ਪਾਲ ਮਿਨੇਸੋਟਾ ਜਿਹੜਾ ਆ ਜਿੱਥੇ ਸੋਮਾਲੀਅਨ ਇਮੀਗ੍ਰੈਂਟਸ ਕਾਫੀ ਜ਼ਿਆਦਾ ਨੇ, ਉੱਥੇ ਜਿਹੜੇ ਆ ਉੱਥੇ ਨਾਲ ਦੇ ਨਾਲ ਜਿੱਥੇ ਨਿਊ ਆਰਲੀਨਸ 'ਚ ਹੋ ਰਿਹਾ, ਉੱਥੇ ਮਿਨੇਸੋਟਾ ਤੇ ਮਿਨੇਆਪੋਲਿਸ ਤੇ ਸੇਂਟ ਪਾਲ, ਜਿਨ੍ਹਾਂ ਨੂੰ ਟਵਿਨ ਸਿਟੀਜ਼ ਆਖਿਆ ਜਾਂਦਾ ਆ, ਫੈਡਰਲ ਅਧਿਕਾਰੀਆਂ ਨੇ ਦੱਸਿਆ ਵੀ ਉੱਥੇ ਵੀ ਬਹੁਤ ਹੀ ਜਲਦ ਇਮੀਗ੍ਰੇਸ਼ਨ ਆਪਰੇਸ਼ਨ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ। ਨਿਊ ਆਰਲੀਨਸ ਦੇ ਇਮੀਗ੍ਰੇਸ਼ਨ ਅਟਾਰਨੀ ਨੇ ਆਪਣੇ ਕਲਾਇੰਟਸ ਨੂੰ ਇਹ ਦੱਸਿਆ ਵੀ ਕੁਆਰੰਟਾਈਨ ਲਾਈਕ ਇਟ ਵਾਸ ਕੋਵਿਡ-19, ਜਿੱਦਾਂ ਕੋਵਿਡ-19 ਦੇ ਵੇਲੇ ਘਰਾਂ ਚੋਂ ਨਹੀਂ ਨਿਕਲਦੇ ਸੀ ਬਾਹਰ ਨਾ, ਤੇ ਉਦਾਂ ਹੀ ਜਿਹੜਾ ਆ ਕੁਆਰੰਟਾਈਨ ਕਰ ਦੋ। ਸੋ ਇੱਥੇ ਤੱਕ ਦਾ ਜਿਹੜਾ ਡਰ ਵਾਲਾ ਮਾਹੌਲ ਆ ਪੈਦਾ ਹੋਇਆ ਹੈ, ਤੇ ਉਹ ਕਹਿੰਦੇ ਵੀ ਬਹੁਤ ਸਾਰੇ ਲੋਕ ਮੇਰੇ ਆਫਿਸ ਦੇ ਵਿੱਚ ਆ ਰਹੇ ਹੈਗੇ ਆ ਵੀ ਕੀ ਕਰਨਾ ਚਾਹੀਦਾ ਹੈਗਾ ਜੀ। ਅਗਲੀ ਖਬਰ ਵੱਲ ਚਲੀਏ ਰਾਜਕਨਵੀਰ ਸਿੰਘ ਜੀ। ਜਿਹੜਾ ਪੈਂਟਾਗਨ ਨੇ ਹੁਣ ਇਹ ਕਿਹਾ ਵੀ ਜਿਹੜੇ ਨੈਸ਼ਨਲ ਗਾਰਡ ਫੌਜੀ ਹੈਗੇ ਆ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਡਿਪਲੋਏ ਕੀਤੇ ਆ, ਉਹ ਹੁਣ ਆਰਮਡ ਆ, ਉਹਨਾਂ ਦੇ ਕੋਲ ਹੁਣ ਗੰਨਾਂ ਹੈਗੀਆਂ। ਕਹਿੰਦੇ ਵੀ 2375 ਦੇ ਕਰੀਬ ਐਸਟੀਮੇਟਡ ਟਰੂਪਸ ਆ ਇਸ ਟਾਈਮ ਜੋ ਹਿੱਸਾ ਲੈ ਰਹੇ ਆ ਵਾਸ਼ਿੰਗਟਨ ਡੀਸੀ ਸ਼ਹਿਰ ਦੇ ਵਿੱਚ। ਤੇ ਕਹਿੰਦੇ ਵੀ ਡਿਫੈਂਸ ਡਿਪਾਰਟਮੈਂਟ ਵੱਲੋਂ ਕਿੰਗਸਲੇ ਵਿਲਸਨ ਉਹਨਾਂ ਦੀ ਸਟੇਟਮੈਂਟ ਆਈ ਆ, ਕਹਿੰਦੇ ਵੀ ਮੈਂ ਕਨਫਰਮ ਕਰ ਸਕਦਾ ਵੀ ਹਰ ਇੱਕ ਬੰਦਾ, ਹਰ ਇੱਕ ਫੌਜੀ ਜਿਹੜਾ ਆ ਡੀਸੀ ਦੇ ਵਿੱਚ ਉਹ ਆਰਮਡ ਹੈਗਾ ਆ। ਤੇ ਮੈਜੋਰਟੀ ਸਾਰਿਆਂ ਨੂੰ ਪਤਾ ਹੀ ਆ ਵੀ ਉਹ ਨੈਸ਼ਨਲ ਗਾਰਡ ਹੈਗੇ ਆ, ਤੇ ਜੁਆਇੰਟ ਪੈਟਰੋਲ ਉਹ ਕਰ ਰਹੇ ਹੈਗੇ ਆ ਪੁਲਿਸ ਡਿਪਾਰਟਮੈਂਟ ਦੇ ਨਾਲ ਰਲ ਕੇ। ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ ਪਿਛਲੇ ਦਿਨਾਂ ਦੇ ਵਿੱਚ ਦੋ ਜਿਹੜੇ ਨੈਸ਼ਨਲ ਗਾਰਡ ਆ ਉਹਨਾਂ ਤੇ ਗੋਲੀਆਂ ਚਲਾਤੀਆਂ ਸੀਗੀਆਂ, ਤੇ ਇੱਕ ਦੀ ਮੌਤ ਵੀ ਹੋ ਗਈ ਸੀਗੀ। ਸੋ ਵਾਸ਼ਿੰਗਟਨ ਪੋਸਟ ਨੇ ਇਹ ਕਨਫਰਮ ਕੀਤਾ ਹੈ ਵੀ ਜੁਆਇੰਟ ਪੈਟਰੋਲ ਸਿਟੀ ਦੀ ਜਿਹੜੀ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਆ ਤੇ ਨੈਸ਼ਨਲ ਗਾਰਡ ਵੱਲੋਂ ਇਸ ਟਾਈਮ ਹੋ ਰਹੇ ਹੈਗੇ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਸਭ ਤੋਂ ਵੱਡੀ ਜਿਹੜੀ ਖਬਰ ਹੈ ਇਸ ਟਾਈਮ ਜੋ ਚੱਲ ਰਹੀ ਆ, ਵੀ ਰਾਸ਼ਟਰਪਤੀ ਟਰੰਪ ਹੁਣਾਂ ਨੇ, ਟਰੰਪ ਐਡਮਿਨਿਸਟ੍ਰੇਸ਼ਨ ਨੇ ਸਾਰੇ ਹੀ ਇਮੀਗ੍ਰੇਸ਼ਨ ਕੇਸ 19 ਉਹਨਾਂ ਮੁਲਕਾਂ ਦੇ ਉਹਨਾਂ ਨੂੰ ਬੰਦ ਕਰ ਦਿੱਤਾ ਆ। ਚਾਹੇ ਕਹਿੰਦੇ ਵੀ ਉਸ ਦੇ ਵਿੱਚ ਨੈਚੁਰਲਾਈਜੇਸ਼ਨ ਦੀਆਂ, ਸਿਟੀਜ਼ਨਸ਼ਿਪ ਦੀਆਂ ਜਿਹੜੀ ਸੈਰੇਮਨੀਜ਼ ਵੀ ਕਿਉਂ ਨਾ ਹੋਣ। ਸੋ ਇੱਕ ਬਹੁਤ ਸਖਤ ਸਟੈਂਡ ਡੀਸੀ ਦੀ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਇਹ ਲਿਆ ਆ। 19 ਉਹ ਮੁਲਕ ਜਿਨ੍ਹਾਂ ਦਾ ਪਹਿਲੋਂ ਟਰੈਵਲ ਬੈਨ ਦੇ ਵਿੱਚ ਨਾਮ ਸੀਗਾ, USCIS ਨੇ ਜਿਹੜਾ ਉਹ ਦੱਸਿਆ ਆ ਵੀ ਅਸੀਂ ਹਰ ਇੱਕ ਤਰੀਕੇ ਦੀ ਜਿਹੜੀ ਇਮੀਗ੍ਰੇਸ਼ਨ ਦੇ ਜਿਹੜੇ ਪ੍ਰੋਸੈਸ ਹੈ ਇਹਨਾਂ ਮੁਲਕਾਂ ਦੇ, ਉਸ ਦੇ ਉੱਤੇ ਰੋਕ ਲਾ ਰਹੇ ਆ। ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਜਿਨ੍ਹਾਂ ਦੇ ਸਿਟੀਜ਼ਨਸ਼ਿਪ ਦੇ ਟੈਸਟ ਹੋ ਚੁੱਕੇ ਆ, ਕਲੀਅਰ ਹੋ ਚੁੱਕੇ ਆ, ਈਵਨ ਸਹੁੰ ਚੁੱਕਣ ਵਾਲੀ ਜਿਹੜੀ ਉਹਨਾਂ ਦੀ ਪਈ ਆ, ਉਹਨਾਂ ਦੇ ਵੀ ਜਿਹੜੀ ਸਹੁੰ ਚੁੱਕ ਸਮਾਗਮ ਆ ਉਹ ਰੱਦ ਕੀਤੇ ਜਿਹੜੇ ਉਹ ਜਾ ਚੁੱਕੇ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਕਈ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈਆਂ ਵੀ ਉਹਨਾਂ ਨੂੰ ਚਿੱਠੀਆਂ ਤੇ ਈਮੇਲਸ ਜਾਂ ਉਹਨਾਂ ਦੇ ਆਨਲਾਈਨ ਜਿਹੜੇ ਅਕਾਊਂਟ ਦੇ ਵਿੱਚ ਇਹ ਇਨਫੋਰਮੇਸ਼ਨ ਆ ਗਈ ਆ ਵੀ ਹਾਲ ਦੀ ਘੜੀ ਤੁਹਾਡਾ ਜਿਹੜਾ ਸਹੁੰ ਚੁੱਕ ਸਮਾਗਮ ਆ ਉਸ ਨੂੰ ਰੱਦ ਕਰ ਦਿੱਤਾ ਗਿਆ ਹੈਗਾ। ਸੋ ਬਹੁਤ ਹੀ ਸਖਤ ਜਿਹੜਾ ਸਟੈਂਡ ਆ ਉਹ ਆ ਚੁੱਕਾ ਆ। USCIS ਦੀ ਗਾਈਡੈਂਸ ਜਿਹੜੀ ਸਾਹਮਣੇ ਆਈ ਆ, ਉਹਨਾਂ ਨੇ ਕਿਹਾ ਵੀ ਸਟਾਪ ਫਾਈਨਲ ਅਜੂਡੀਕੇਸ਼ਨ ਔਨ ਆਲ ਕੇਸਿਸ। ਜਿਹੜੇ ਵੀ ਇਹਨਾਂ 19 ਮੁਲਕਾਂ ਦੇ ਵਿੱਚ ਆਉਂਦੇ ਆ ਜੂਨ ਮਹੀਨੇ 'ਚ, ਜਿਸ ਦੇ ਉੱਤੇ ਟਰੈਵਲ ਬੈਨ ਜਿਹੜਾ ਉਹ ਲਾਇਆ ਗਿਆ ਸੀਗਾ। ਸੋ ਕਹਿੰਦੇ ਵੀ ਦਿਸ ਹੋਲਡਸ ਇਨਕਲੂਡ ਆਲ ਫਾਰਮ ਟਾਈਪਸ ਐਂਡ ਮੇਕਿੰਗ ਐਨੀ ਫਾਈਨਲ ਡਿਸੀਜਨ, approvals or denials, as well as completing any oath ceremonies। USCIS ਦੇ ਜਿਹੜੇ ਆਫਿਸਿਸ ਆ ਉਹਨਾਂ ਨੂੰ ਇਹ ਚੀਜ਼ ਦੱਸ ਦਿੱਤੀ ਗਈ ਆ। ਇਹ 19 ਮੁਲਕ ਜਿਨ੍ਹਾਂ ਦੇ ਨਾਮ ਹਰਜੋਤ ਸਿੰਘ ਜੀ ਆਏ, ਅਫਗਾਨਿਸਤਾਨ, ਮਿਆਂਮਾਰ, ਚੈਡ,
ਦ ਰਿਪਬਲਿਕ ਆਫ ਕਾਂਗੋ, ਇਕੁਆਟੋਰੀਅਲ ਗਿਨੀ, ਅਰੀਟਰੀਆ, ਹੇਟੀ, ਈਰਾਨ, ਲਿਬੀਆ, ਸੋਮਾਲੀਆ, ਸੁਡਾਨ ਤੇ ਯਮਨ। ਇਹਨਾਂ ਦੇ ਵਿੱਚੋਂ ਜਿਹੜੇ ਪਾਰਸ਼ਲੀ ਸਸਪੈਂਡ ਕੀਤੇ ਗਏ ਐਂਟਰੀ ਟਰੈਵਲਰਸ ਦੀ ਬਰੂੰਡੀ, ਕਿਊਬਾ, ਲਾਓਸ, ਸੀਅਰਾ ਲਿਓਨ, ਟੋਗੋ, ਤੁਰਮੇਕਿਸਤਾਨ ਤੇ ਵੈਨੇਜ਼ੁਏਲਾ ਵਾਲਿਆਂ ਦੀ। ਸੋ ਜਿਹੜੀ ਨਵੀਂ ਗਾਈਡੈਂਸ ਆ ਇਹ ਉਦੋਂ ਆਈ ਆ ਜਦੋਂ ਇਮੀਗ੍ਰੇਸ਼ਨ ਕ੍ਰੈਕਡਾਊਨ ਡਾਇਰੈਕਟ ਕੀਤਾ ਗਿਆ ਆ ਡੀਸੀ ਦੀ ਜਿਹੜੀ ਆ ਉਹ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਇੱਕ ਅਫਗਾਨੀ ਦੇ ਦੁਆਰਾ ਜਿਹੜੀ ਇਹ ਗੋਲੀਕਾਂਡ ਨੂੰ ਅੰਜਾਮ ਦਿੱਤਾ ਜਿਹੜਾ ਹੋ ਗਿਆ ਸੀਗਾ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਬਲਿਕਲੀ ਅਨਾਉਂਸ ਕੀਤੀਆਂ ਸੀਗੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਰੈਸਟ੍ਰਿਕਸ਼ਨ ਇਸ ਹਮਲੇ ਤੋਂ ਬਾਅਦ ਦੇ ਵਿੱਚ। ਨਾਲ ਹੀ ਉਹਨਾਂ ਨੇ ਕਹਿਤਾ ਸੀਗਾ ਵੀ ਕੋਈ ਵੀ ਅਸਾਈਲਮ ਡਿਸੀਜਨ USCIS ਦੇ ਦੁਆਰਾ ਆ ਉਹਨਾਂ ਦੇ ਉੱਤੇ ਪੌਜ਼ ਲਾ ਦਿਓ, ਰੋਕ ਜਿਹੜਾ ਉਹ ਲਾ ਦਿੱਤੀ ਜਾਵੇ। ਸੋ ਇਸ ਨਵੇਂ ਜਿਹੜੇ ਹਰਜੋਤ ਸਿੰਘ ਜੀ ਮਾਮਲੇ ਦੇ ਵਿੱਚ ਵਾਈਟ ਹਾਊਸ ਨੇ ਹੁਣ ਇਮੀਗ੍ਰੇਸ਼ਨ ਐਪਲੀਕੇਸ਼ਨਸ ਇਹਨਾਂ 19 ਮੁਲਕਾਂ ਤੋਂ ਜਿਹੜੀਆਂ ਚੱਲ ਰਹੀਆਂ ਆ, ਚਾਹੇ ਉਹ ਕਿਸੇ ਵੀ ਤਰੀਕੇ ਦੀ ਆ, ਜਿਹੜੀ ਆ ਉਹ ਗ੍ਰੀਨ ਕਾਰਡ ਹੋਲਡਰ ਦੀ ਐਪਲੀਕੇਸ਼ਨਸ ਆ, ਸਿਟੀਜ਼ਨਸ਼ਿਪ ਦੀਆਂ ਐਪਲੀਕੇਸ਼ਨਸ ਆ, ਟੈਸਟ ਹੋਏ ਵੀ ਜਿਹੜੇ ਸਹੁੰ ਚੁੱਕ ਸਮਾਗਮ ਆ ਉਹ ਵੀ ਜਿਹੜੇ ਉਹ ਕੈਂਸਲ ਕਰ ਦਿੱਤੇ ਗਏ ਹੈਗੇ ਆ। ਯੂਐਸ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਤੁਲਸੀ ਗੈਬਰਡ ਨੇ ਕਿਹਾ ਵੀ ਟਰੰਪ ਹੋਣਾ ਨੇ 36 ਨੇਸ਼ਨਸ ਪ੍ਰਪੋਜ਼ ਕੀਤੀਆਂ ਆ। ਸੋ 19 ਤੋਂ ਵੱਧ ਕੇ 36 ਨੇਸ਼ਨ ਤੱਕ ਜਿਹੜਾ ਆ ਇਹ ਚੱਲ ਸਕਦਾ ਹੈਗਾ। ਬਹੁਤ ਸਾਰੇ ਜਿਹੜੇ ਰਾਈਟ ਵਿੰਗ ਕਮੈਂਟੇਟਰਸ ਆ ਉਹ ਇਹ ਵੀ ਕਹਿ ਰਹੇ ਆ ਵੀ ਜਿਹੜਾ ਭਾਰਤ ਆ, ਇੰਡੀਆ ਆ, ਉਸ ਨੂੰ ਵੀ ਇਨਕਲੂਡ ਕਰਨਾ ਚਾਹੀਦਾ ਇਹਦੇ ਵਿੱਚ। ਉਹ ਰਿਕੁਐਸਟ ਕਰ ਰਹੇ ਹੈਗੇ ਆ। ਨਿਕ ਫੁਐਂਟਸ ਕਰਕੇ ਹੈਗਾ ਹਰਜੋਤ ਸਿੰਘ ਜੀ, ਨਾਓ ਡੂ ਇੰਡੀਆ। ਉਹਨੇ ਜਿਹੜਾ ਅੱਜ ਹੀ ਇਹ ਜਿਹੜਾ ਟਵੀਟ ਕੀਤਾ ਹੈਗਾ ਆ ਟਵਿੱਟਰ ਦੇ ਉੱਤੇ, ਐਕਸ ਦੇ ਉੱਤੇ, ਵੀ ਭਾਈ ਵੀ ਆਹ ਮੁਲਕ 19 ਜਿਹੜੇ ਹੈਗੇ ਉਹਨਾਂ ਦੇ ਵਿੱਚ ਹੁਣ ਨਾਲ ਇੰਡੀਆ ਨੂੰ ਵੀ ਐਡ ਜਿਹੜਾ ਉਹ ਕਰ ਦੋ। ਇਹ ਰਾਈਟ ਵਿੰਗ ਕਮੈਂਟੇਟਰ ਆ ਨਿਕ ਫੁਐਂਟਸ, ਇਹ ਇਨਕਲੂਡ ਕਰਨਾ ਚਾਹੁੰਦਾ ਇੰਡੀਆ, ਜਿੱਥੋਂ ਇਹ ਪੱਕੇ ਤੌਰ ਦੇ ਉੱਤੇ ਇਮੀਗ੍ਰੇਸ਼ਨ ਆ ਉਸ ਨੂੰ ਰੋਕਣਾ ਜਿਹੜਾ ਉਹ ਚਾਹੁੰਦਾ ਆ। ਹੁਣ ਇਸ ਦੀ ਕਿੰਨੀ ਕੁ ਗੱਲ ਸੁਣੀ ਜਾਊਗੀ ਜਾਂ ਸੁਣੀ ਜਾ ਸਕਦੀ ਆ, ਇਹ 36 ਮੁਲਕ ਕਿਹੜੇ ਆ, 19 ਤੋਂ ਵੱਧ ਕੇ 36 ਹੋਣ ਵਾਲੇ। ਕੱਲ ਤੱਕ ਦਾ CBS ਨਿਊਜ਼ ਇਹ ਰਿਪੋਰਟ ਕਰ ਰਹੀ ਸੀ ਵੀ 30 ਮੁਲਕਾਂ ਤੱਕ, ਇੱਥੋਂ ਤੱਕ ਕਿ ਨਿਊਯਾਰਕ ਪੋਸਟ ਵਾਲੇ ਆ ਉਹ ਵੀ ਇਹੀ ਰਿਪੋਰਟ ਕਰ ਰਹੇ ਸੀਗੇ। ਪਰ ਜਿਹੜੇ DNI ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਤੁਲਸੀ ਗਾਬਰਡ ਆਏ ਹੁਣ 36 ਮੁਲਕਾਂ ਦੀ ਗੱਲ ਕਰ ਰਹੇ ਆ। ਸੋ ਹੋਰ ਪਤਾ ਨਹੀਂ ਕਿੰਨੇ ਦੇ ਉੱਤੇ ਜਿਹੜੀ ਹਰਜੋਤ ਸਿੰਘ ਜੀ ਇਹ ਗਾਜ ਜਿਹੜੀ ਉਹ ਡਿੱਗਣ ਜਾ ਰਹੀ ਹੈਗੀ ਆ। ਮੈਥਿਊ ਟਰਾਗੈਸਰ ਸਪੋਕਸਮੈਨ ਹੈਗੇ USCIS ਦੇ, ਤੇ ਉਹਨਾਂ ਨੇ ਕਨਫਰਮ ਕੀਤਾ ਨਿਊਯਾਰਕ ਟਾਈਮ ਨੂੰ ਕਿ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਹਰ ਇੱਕ ਕੋਸ਼ਿਸ਼ ਕਰ ਰਿਹਾ ਵੀ ਉਹੀ ਲੋਕ ਸਿਟੀਜ਼ਨ ਬਣਨ ਜਿਹੜੇ ਕਿ ਬੈਸਟ ਆਫ ਦਾ ਬੈਸਟ ਹੈਗੇ ਆ। ਉਹ ਕਹਿੰਦੇ ਵੀ ਸਿਟੀਜ਼ਨਸ਼ਿਪ ਇਜ਼ ਨਾਟ ਪ੍ਰਿਵਿਲੇਜ, ਨਾਟ ਏ ਰਾਈਟ। ਸੋ ਇਹ ਹੁਣ ਬਹੁਤ ਸਖਤੀ ਹੋ ਗਈ ਆ ਈਵਨ ਸਿਟੀਜ਼ਨ ਬਣਨ ਦੇ ਲਈ ਵੀ। ਤੇ ਪੌਜ਼ ਤਾਂ ਤੁਹਾਨੂੰ ਪਤਾ ਹੀ ਆ ਵੀ ਸਾਰਿਆਂ ਦੇ ਉੱਤੇ ਉਹਨੇ ਕਰ ਦਿੱਤਾ। ਇਸੇ ਤਰ੍ਹਾਂ ਜੀ ਤੁਸੀਂ ਉਹ ਸੋਚੋ ਵੀ ਜਿਨ੍ਹਾਂ ਨੇ ਸਹੁੰ ਚੁੱਕਣ ਵਾਲੀ ਰਹਿ ਗਈ ਸੀਗੀ, ਕੱਲ ਇਹ ਐਲਾਨ ਹੋਇਆ, ਕਿਸੇ ਦੀ ਅੱਜ ਹੋਣੀ ਆ, ਉਹ ਵੀ ਵਿਚਾਰੇ ਰਹਿ ਗਏ, ਉਹ ਵੀ ਰਗੜ ਹੋ ਗਏ ਵਿੱਚ ਨਾਲ ਦੇ ਨਾਲ। ਸੋ ਇੱਕ ਬੰਦੇ ਦੀ ਕਰਤੂਤ ਤੋਂ ਬਾਅਦ ਦੇ ਵਿੱਚ ਬਹਾਨਾ ਮਿਲ ਗਿਆ ਪ੍ਰਸ਼ਾਸਨ ਨੂੰ ਵੀ ਆਹ ਕੁਛ ਜਿਹੜਾ ਉਹ ਤੁਸੀਂ ਕਰ ਸਕਦੇ ਆ। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਕੀ ਇੰਨੇ ਖੁੱਲੇ ਅਖਤਿਆਰ ਹੈਗੇ ਨੇ? ਇਹ ਹੁਣ ਦੇਖੋ ਮਾਮਲੇ ਤਾਂ ਇਵੈਂਚੁਅਲੀ ਅਦਾਲਤਾਂ ਦੇ ਵਿੱਚ ਜਿਹੜੇ ਉਹ ਜਾ ਸਕਦੇ ਆ। ਇਹਨਾਂ ਨੇ ਉਸ ਪਾਸੇ ਵੱਲ ਨੂੰ ਵੀ ਰੁੱਖ ਜਿਹੜਾ ਉਹ ਹੋਊਗਾ, ਕਈਆਂ ਨੇ ਕਰਨੇ ਆ ਕੇਸ ਓਬਵੀਅਸਲੀ, ACLU ਤੇ ਹੋਰ ਲੋਕਾਂ ਨੇ ਕਈ ਕੁਛ ਜਿਹੜਾ ਉਸ ਦੇ ਵਿੱਚ ਕਰਨਾ ਆ। ਪਰ ਇਹ ਬਹੁਤ ਜ਼ਿਆਦਾ ਕਹਿ ਸਕਦੇ ਆ ਵੀ ਇਹ ਹੋਇਆ। ਉਹਨਾਂ ਨੇ ਤਾਂ ਹਰਜੋਤ ਸਿੰਘ ਜੀ ਇੱਥੋਂ ਤੱਕ ਬਿਆਨ ਦਿੱਤਾ ਸੀ, ਕਹਿੰਦਾ ਵੀ ਜਿਹੜੇ ਵੀ ਲੋਕ ਟਰੰਪ ਜਿਹੜੇ ਪਿਛਲੇ ਪ੍ਰਸ਼ਾਸਨ 'ਚ ਬਾਈਡਨ ਪ੍ਰਸ਼ਾਸਨ ਦੇ ਵਿੱਚ ਇੱਥੇ ਜਿਹੜੇ ਉਹ ਆਏ ਆ, ਉਹਨਾਂ ਨੂੰ ਅਸੀਂ ਜਿਹੜੇ ਆ ਇਸ ਗਾਈਡੈਂਸ ਦੇ ਤਹਿਤ ਕਹਿੰਦੇ ਵੀ ਉਹਨਾਂ ਮਾਈਗ੍ਰੈਂਟਸ ਦੇ ਉੱਤੇ ਅਪਲਾਈ ਇਹ ਹੋਣੀ ਆ 19 ਮੁਲਕਾਂ ਦੀ ਜਿਹੜੇ 20 ਜਨਵਰੀ 2021 ਤੋਂ ਬਾਅਦ ਬਾਈਡਨ ਦੇ ਜਿੱਦਣ ਸਹੁੰ ਚੁੱਕੀ ਸੀ ਉਸ ਤੋਂ ਬਾਅਦ ਦੇ ਵਿੱਚ ਇੱਥੇ ਆਏ ਆ, ਤੇ ਉਹਨਾਂ ਦੇ ਜਿਹੜੇ ਕੇਸ ਜਿਹੜੇ ਉਹ ਚੱਲ ਰਹੇ ਸੀ, ਉਹਨਾਂ ਸਾਰਿਆਂ ਦੀ ਜਿਹੜੀ ਕਹਿੰਦੇ ਵੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਐਪਲੀਕੇਸ਼ਨਸ ਆ ਉਹਨਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ, ਚਾਹੇ ਉਹਦੇ ਵਿੱਚ ਸਹੁੰ ਚੁੱਕ ਸਮਾਗਮ ਵੀ ਸਿਟੀਜ਼ਨਸ਼ਿਪ ਵਾਲੇ ਵੀ ਕਿਉਂ ਨਾ ਜਿਹੜੇ ਉਹ ਹੋਣ। ਸੋ 19 ਮੁਲਕਾਂ ਦੇ ਉੱਤੇ ਇਹ ਗਾਜ ਡਿੱਗ ਚੁੱਕੀ ਆ। ਪਹਿਲੇ ਕਾਰਜਕਾਲ ਦੇ ਵਿੱਚ ਰਾਸ਼ਟਰਪਤੀ ਟਰੰਪ ਹੁਣਾਂ ਦਾ ਜਿਹੜਾ ਮੁਸਲਿਮ ਬੈਨ ਆ ਉਹ ਬਹੁਤ ਇਨਫੇਮਸ ਰਿਹਾ ਸੀਗਾ। ਇਹ ਵੀ ਹੁਣ ਮੋਸਟਲੀ ਅਫਰੀਕਨ ਮੁਲਕਾਂ ਦੇ ਉੱਤੇ ਹੀ ਇਹ 19 ਮੁਲਕਾਂ ਦੀ ਜਿਹੜੀ ਗਾਜ ਆ ਉਹ ਡਿੱਗੀ ਆ। ਤੇ ਜੇ ਹੁਣ ਤੁਲਸੀ ਗਾਬਰਡ ਵਾਲੀ ਗੱਲ ਨੂੰ ਗੌਰ ਕਰੀਏ ਤਾਂ ਉਹ ਮੁਲਕਾਂ ਦਾ ਨੰਬਰ ਵਧਾਉਣਾ ਜਿਹੜਾ ਉਹ ਚਾਹ ਰਹੇ ਆ,
30 ਦਾ ਰੌਲਾ ਤਾਂ ਪਹਿਲਾਂ ਤੱਕ ਹੀ ਜਿਹੜਾ ਉਹ ਪੈ ਚੁੱਕਾ ਆ। ਸੋ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਆ ਹਰਜੋਤ ਸਿੰਘ ਜੀ ਕੱਢ ਦਿੱਤੀ ਹੈ ਟਰੰਪ ਪ੍ਰਸ਼ਾਸਨ ਨੇ, ਖਾਸ ਕਰਕੇ ਇਹਨਾਂ 19 ਮੁਲਕਾਂ ਦੇ ਨਾਲ। ਤੇ ਜਿਹੜੇ ਕੁਛ ਰਾਈਟ ਵਿੰਗ ਕਮੈਂਟੇਟਰ ਜਿਹੜੇ ਰਿਪਬਲਿਕਨਸ ਆ, ਉਹ ਹੋਰ ਮੁਲਕਾਂ ਨੂੰ ਵੀ ਇਸ ਦੇ ਵਿੱਚ ਐਡ ਕਰਨਾ ਚਾਹੁੰਦੇ, ਜਿਹਦੇ ਵਿੱਚ ਉਹ ਇੰਡੀਆ ਦਾ ਨਾਮ ਵੀ ਲਈ ਜਾਂਦੇ। ਇੱਕ ਨਿਕ ਫਿਊਐਂਟਸ ਬਹੁਤ ਹੀ ਜਿਹੜਾ ਰਾਈਟ ਵਿੰਗ ਕਮੈਂਟੇਟਰ ਆ, ਉਹਨੇ ਇੰਡੀਆ ਦਾ ਨਾਮ ਜਿਹੜਾ ਇਸ ਦੇ ਵਿੱਚ ਪ੍ਰਪੋਜ਼ ਕਰ ਛੱਡਿਆ ਹੈਗਾ। ਇਹ ਸਾਰਾ ਕੁਝ ਰਹਿਮਾਨੁੱਲਾ ਲੱਕਨਵਾਲ ਜਿਹੜਾ 29 ਸਾਲਾਂ ਦਾ ਅਫਗਾਨ ਸੀ, ਜਿਸ ਨੇ ਗੋਲੀਆਂ ਚਲਾਈਆਂ ਸੀ ਵਾਸ਼ਿੰਗਟਨ ਡੀਸੀ, ਉਹ ਤੋਂ ਬਾਅਦ ਵਾਪਰਿਆ ਹੈਗਾ। ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਹਰ ਇੱਕ ਕੋਸ਼ਿਸ਼ ਕਰ ਰਿਹਾ ਆ ਵੀ ਸਖਤੀ ਤੋਂ ਸਖਤੀ ਕੀਤੀ ਜਾਵੇ, ਉਹੀ ਬੰਦੇ ਜਿਹੜੇ ਸਿਟੀਜ਼ਨ ਬਣਨ, ਜਿਹੜੇ ਇੱਥੇ ਬਣਨ ਦੇ ਲਾਇਕ ਹੈਗੇ ਆ। ਇਮੀਗ੍ਰੇਸ਼ਨ ਵਕੀਲ ਜਿਹੜੇ ਆ, ਉਹਨਾਂ ਨੇ ਰਿਪੋਰਟ ਕੀਤਾ ਵੀ ਬਹੁਤ ਸਾਰੇ ਨੈਚੁਰਲਾਈਜੇਸ਼ਨ ਸੈਰੇਮਨੀਜ਼ ਜਿਨ੍ਹਾਂ ਦੇ ਟੈਸਟ ਪਾਸ ਹੋ ਚੁੱਕੇ ਸੀ, ਸਿਰਫ ਸਹੁੰ ਚੁੱਕਣੀ ਸੀ, ਉਹ ਵੀ ਕੈਂਸਲ ਹੋ ਗਈਆਂ। ਬਹੁਤ ਸਾਰੇ ਲੋਕਾਂ ਦੀਆਂ ਇੰਟਰਵਿਊ ਸੀਗੀਆਂ ਇਮੀਗ੍ਰੇਸ਼ਨ ਸਟੇਟਸ ਦੀਆਂ, ਉਹ ਵੀ ਜਿਹੜੀਆਂ ਕੈਂਸਲ ਹੋ ਚੁੱਕੀਆਂ ਹੈਗੀਆਂ। ਐਨਾ ਮਰੀਆ ਸ਼ਵਾਰਜ਼ ਇੱਕ ਇਮੀਗ੍ਰੇਸ਼ਨ ਲਾਇਰ ਆ ਟੈਕਸਸ ਦੇ ਵਿੱਚ, ਕਹਿੰਦੀ ਵੀ 2 ਉਹਨਾਂ ਦੀ ਫਰਮ ਦੇ ਕਲਾਇੰਟ ਜਿਹੜੇ ਕਿ ਵੈਨਜ਼ੂਏਲਾ ਤੋਂ ਸੀਗੇ, ਉਹ ਜਦੋਂ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਦੇ ਉੱਤੇ ਇੰਟਰਵਿਊ ਦੇਣ ਗਏ ਉਹ ਹੂਸਟਨ ਦੇ ਵਿੱਚ, ਉਦੋਂ ਉਹਨਾਂ ਨੂੰ ਪਤਾ ਲੱਗਾ ਵੀ ਜਿਹੜੀ ਉਹਨਾਂ ਦੀ ਇੰਟਰਵਿਊ ਆ ਕੈਂਸਲ ਹੋ ਗਈ ਆ ਤੇ ਕੋਈ ਕਲੀਅਰ ਰੀਜ਼ਨ ਨਹੀਂ ਦਿੱਤਾ ਗਿਆ ਹੈਗਾ। ਕਹਿੰਦੇ ਵੀ ਇਸ ਪੌਜ਼ ਦੇ ਨਾਲ ਜਿਹੜਾ ਸਿਸਟਮ ਆ ਇਮੀਗ੍ਰੇਸ਼ਨ ਦਾ ਆਲਰੇਡੀ ਕਾਫੀ ਸਟਰਗਲ ਕਰ ਰਿਹਾ ਸੀ ਬੈਕਲੌਗ ਨੂੰ ਲੈ ਕੇ, ਇਹ ਤਾਂ ਸਾਰਾ ਕੁਝ ਔਨ ਹੋਲਡ ਪਾ ਦਿੱਤਾ ਗਿਆ ਹੈ। ਕਹਿੰਦੇ ਵੀ ਇਟ ਇਜ਼ ਜਸਟ ਲਾਈਕ ਅ ਟ੍ਰੈਫਿਕ ਜਾਮ ਐਂਡ ਇਟ ਇਜ਼ ਜਸਟ ਗੋਇੰਗ ਟੂ ਗੈਟ ਵਰਸ ਐਂਡ ਵਰਸ ਐਂਡ ਵਰਸ। ਅਲੀਸਾ ਟੌਪ ਕਰਕੇ ਇੱਕ ਇਮੀਗ੍ਰੇਸ਼ਨ ਲਾਇਰ ਆ ਟੈਨਸੀ ਦੇ ਵਿੱਚ, ਉਹਨਾਂ ਨੇ ਕਿਹਾ ਵੀ ਉਹ ਇੱਕ ਫਿਜ਼ੀਸ਼ੀਅਨ ਨੂੰ, ਜੋ ਡਾਕਟਰ ਆ, ਉਹਨੂੰ ਰਿਪਰੈਜ਼ੈਂਟ ਕਰ ਰਹੀ ਸੀ, ਉਹਨਾਂ ਦੀ ਲਾ ਫਰਮ, ਤੇ ਜਿਹਦੀ ਇੰਟਰਵਿਊ ਹੋਣੀ ਸੀਗੀ ਸਿਟੀਜ਼ਨਸ਼ਿਪ ਦੇ ਲਈ। ਤੇ ਜਦੋਂ ਉਹ ਜਾਣਾ ਸੀ ਤੇ ਉਦੋਂ ਹੀ ਉਸੇ ਟਾਈਮ ਉਹਨਾਂ ਨੂੰ ਜਿਹੜੀ ਕੈਂਸਲੇਸ਼ਨ ਦਾ ਆ ਗਿਆ। ਕਹਿੰਦੇ ਵੀ ਜਿਹੜਾ ਉਹਨਾਂ ਦਾ ਕਲਾਇੰਟ ਆ ਉਹ ਇਰਾਨ ਬੋਰਨ ਆ, ਯੂਐਸ ਦਾ ਗ੍ਰੀਨ ਕਾਰਡ ਆ ਤੇ ਕੈਨੇਡਾ ਦੇ ਵਿੱਚ ਟੀਨੇਜਰ ਸੀ ਜਦੋਂ ਉਹ ਮੂਵ ਹੋਇਆ ਸੀ। ਉਹ ਤੋਂ ਬਾਅਦ ਫਿਰ ਉਹ ਅਮਰੀਕਾ ਦੇ ਵਿੱਚ ਆ ਗਿਆ। ਸੋ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਫਸ ਗਏ ਹੈਗੇ ਆ। ਨਵਾਂ ਰੂਲ ਜਿਹੜਾ ਅਨਾਉਂਸ ਕੀਤਾ ਗਿਆ ਪਿਛਲੇ ਵੀਕ, ਜਿਹਦੇ ਨਾਲ 1.5 ਮਿਲੀਅਨ ਲੋਕਾਂ ਨੂੰ ਜਿਹੜੇ ਅਸਾਈਲਮ ਐਪਲੀਕੇਸ਼ਨ ਪੈਂਡਿੰਗਸ ਆ ਤੇ 50,000 ਤੋਂ ਵੱਧ ਜਿਹੜੀਆਂ ਅਸਾਈਲਮ ਗ੍ਰਾਂਟਸ ਹੋਈਆਂ ਹੈਗੀਆਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ, ਉਹਨਾਂ ਦੇ ਉੱਤੇ ਜਿਹੜਾ ਅਸਰ ਪੈਣ ਜਾ ਰਿਹਾ ਹੈਗਾ, ਉਹ ਅਸਾਈਲਮ ਵਾਲੇ ਮਾਮਲੇ 'ਚ ਉਹਨਾਂ ਨੇ ਦੱਸਿਆ ਸੀਗਾ। ਕਹਿੰਦੇ ਵੀ ਅਨਕਲੀਅਰ ਆ ਕਿੰਨੇ ਲੋਕ ਕਿੰਨੇ ਮੁਲਕਾਂ ਤੋਂ ਜਿਹੜੇ ਟਰੈਵਲ ਬੈਨ ਲਿਸਟ ਦੇ ਉੱਤੇ ਵੇਟ ਕਰ ਰਹੇ ਆ ਵੱਖ-ਵੱਖ ਜਿਹੜੇ ਇਮੀਗ੍ਰੇਸ਼ਨ ਬੈਨੀਫਿਟਸ ਦੇ ਲਈ। ਉਹ ਜਿਹੜਾ ਮੈਮੋਰੈਂਡਮ ਆ ਪਾਲਿਸੀ ਦਾ, ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਰਹੇ ਹਾਂ ਹਰਜੋਤ ਸਿੰਘ ਜੀ, ਜਿਹੜਾ USCIS ਨੇ ਕੱਲ 2 ਦਸੰਬਰ ਨੂੰ ਜਾਰੀ ਕੀਤਾ ਆ। ਕਹਿੰਦੇ ਵੀ ਪਲੇਸ ਏ ਹੋਲਡ ਔਨ ਆਲ ਫਾਰਮਸ I-589, ਇਹ 19 ਮੁਲਕਾਂ ਦੇ ਲਈ ਜਿਹੜਾ ਉਹਨਾਂ ਨੇ ਆਖਿਆ ਸੀਗਾ। ਸੋ ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਬੜਾ ਹੀ ਸਖਤ ਜਿਹੜਾ ਇਹ ਆਰਡਰ ਆ, ਲੀਗਲ ਇਮੀਗ੍ਰੇਸ਼ਨ ਦੇ ਉੱਤੇ ਅਟੈਕ ਆ ਬੇਸਿਕਲੀ, ਸਿੱਧੇ ਤੌਰ ਦੇ ਉੱਤੇ ਆ। ਅੱਜ ਇਹ 19 ਮੁਲਕਾਂ ਨੂੰ ਸ਼ੇਅਰ ਕਰ ਰਹੇ ਆ, ਕੱਲ ਨੂੰ ਇਹ ਪਤਾ ਨਹੀਂ ਹੋਰ ਕਿੰਨਿਆਂ ਦੇ ਉੱਤੇ ਜਿਹੜਾ ਹੋਊਗਾ। ਅਫਰਮੇਟਿਵ ਅਸਾਈਲਮ ਜਿਹੜੀਆਂ ਐਜੂਡੀਕੇਸ਼ਨਸ ਆ I-589s, ਸਾਰੇ ਹੀ ਨੈਸ਼ਨੈਲਿਟੀਜ਼ ਦੇ ਲਈ, ਇਹ 19 ਮੁਲਕਾਂ ਦੀਆਂ ਨਹੀਂ, ਇਹ ਸਾਰੀਆਂ ਜਿਹੜੀਆਂ ਵੀ ਅਸਾਈਲਮ ਐਜੂਡੀਕੇਸ਼ਨਸ ਆ ਉਸ ਦੇ ਉੱਤੇ ਪੌਜ਼ ਲਾਉਣ ਦੇ ਲਈ ਇਹਨਾਂ ਨੇ ਆਖ ਜਿਹੜਾ ਉਹ ਦਿੱਤਾ ਆ। USCIS ਨੂੰ ਆਖਿਆ ਗਿਆ ਇਸ ਮੈਮੋ ਦੇ ਤਹਿਤ ਵੀ 19 ਮੁਲਕ ਜਿਹੜੇ ਆ ਉਹਨਾਂ ਤੋਂ I-140, 130, 485, 765, 131 ਇਹਦੀ ਜਿਹੜੀ ਪ੍ਰੋਸੈਸਿੰਗ ਆ ਉਹਨੂੰ ਵੀ ਜਿਹੜਾ ਉਹ ਪੌਜ਼ ਕਰ ਦਿਓ। ਜਿਹੜੇ ਵੀ ਐਂਟਰ ਹੋਏ ਨੇ, ਜਿੱਦਾਂ ਦੱਸਿਆ ਮੈਂ ਤੁਹਾਨੂੰ 20 ਜਨਵਰੀ 2021 ਜਿੱਦਣ ਬਾਈਡਨ ਹੋਣਾ ਨੇ ਸਹੁੰ ਚੁੱਕੀ ਸੀ, ਵੀ ਉਸ ਤੋਂ ਬਾਅਦ ਇਹਨਾਂ 19 ਮੁਲਕਾਂ ਤੋਂ ਜਿਹੜੇ ਵੀ ਨੈਸ਼ਨਲ ਐਂਟਰ ਹੋਏ ਆ ਉਹਨਾਂ ਦੀਆਂ ਜਿਹੜੀਆਂ ਬੈਨੀਫਿਟਸ ਆ ਉਹਨਾਂ ਨੂੰ ਰੀ-ਐਗਜ਼ਾਮਿਨ ਕਰੋ, ਮੁੜ ਜਾਂਚ ਜਿਹੜੀ ਹੋਵੇ, ਜੇ ਰੀ ਇੰਟਰਵਿਊਜ਼ ਵੀ ਕਰਨੀਆਂ ਪੈ ਸਕਦੀਆਂ ਤੇ ਉਹ ਕਰਨਗੇ। ਮੈਂ ਦੇਖ ਰਿਹਾ ਸੀ ਰੈਡਿਟ ਦੇ ਉੱਤੇ ਲੋਕ ਰੋ ਰਹੇ ਆ, ਕੁਰਲਾ ਰਹੇ ਆ ਵੀ ਇੰਟਰਵਿਊ ਸਿਟੀਜ਼ਨਸ਼ਿਪ ਦੀ ਜਿਹੜੀ ਆ ਕੈਂਸਲ ਹੋ ਗਈ, ਰੀਸਕੈਜੂਲ ਜਿਹੜੀ ਹੋ ਗਈ। ਇੱਕ ਬੰਦਾ ਉਹ ਦੱਸ ਰਿਹਾ, ਕਹਿੰਦਾ ਵੀ ਮੇਰਾ ਕੇਸ ਜਦੋਂ ਮੈਂ ਹੁਣ ਇੰਟਰਵਿਊ ਤੇ ਗਿਆ ਵੀ ਉਹ ਹੋਲਡ ਤੇ ਪਾਤਾ। ਇੰਟਰਵਿਊਅਰ ਨੇ ਜਿਹੜਾ ਉਹ ਕਿਹਾ ਵੀ ਮੈਂ ਨੋਟ ਪਾ ਦਊਂਗਾ ਵੀ ਜਦੋਂ ਵੀ ਕਿਤੇ ਹੋਲਡ ਖਤਮ ਹੁੰਦਾ ਵੀ ਇਸ ਦਾ ਅਪਰੂਵ ਕਰ ਦਿੱਤਾ ਜਾਵੇ। ਕਹਿੰਦਾ ਵੀ ਮੇਰੀ ਘਰ ਵਾਲੀ ਜਿਹੜੀ US ਸਿਟੀਜ਼ਨ ਆ, ਵਾਪਸੀ ਅਸੀਂ ਗੱਡੀ ਦੇ ਉੱਤੇ ਕਹਿੰਦੀ ਵੀ ਉਹ ਰੋਂਦੀ ਆਈ ਵੀ ਬੜੀ ਹੈਲਪਲੈਸ ਆ, ਵੀ ਹੁਣ ਮੈਂ ਕਰ ਜਿਹੜੀ ਇਸ ਦੇ ਵਿੱਚ ਕੁਛ ਨਹੀਂ ਸਕਦੇ। ਤੇ ਇੰਟਰਵਿਊਅਰ ਵੀ ਜਿਹੜਾ ਉਹ ਕਹਿੰਦਾ ਵੀ ਅਨਲੱਕੀ ਆ ਵੀ ਤੇਰੀ ਇੰਟਰਵਿਊ ਅੱਜ ਸੀਗੀ ਜਿਸ ਦਿਨ ਇਹ ਮੈਮੋ ਜਿਹੜਾ ਉਹ ਇਸ਼ੂ ਜਿਹੜਾ ਹੋਇਆ ਆ। ਪਰ ਕਾਫੀ ਸਖਤ ਜਿਹੜਾ ਹਰਜੋਤ ਸਿੰਘ ਜੀ ਕ੍ਰੈਕਡਾਊਨ ਆ ਇਸ ਟਾਈਮ ਇਮੀਗ੍ਰੇਸ਼ਨ ਦੇ ਉੱਤੇ ਚੱਲ ਰਿਹਾ ਆ DC ਦੀ ਜਿਹੜੀ ਸ਼ੂਟਿੰਗ ਤੋਂ ਬਾਅਦ ਦੇ ਵਿੱਚ।
ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੱਧਦੇ ਆ ਕੀ ਕੁਛ ਜਿਹੜਾ ਹੋਰ ਨਾਲ ਦੇ ਨਾਲ ਚੱਲ ਰਿਹਾ ਆ। ਅਗਲੀ ਜਿਹੜੀ ਖਬਰ ਆ ਰਹੀ ਆ ਜਿਹੜੀ ਸੈਕਿੰਡ ਸਟ੍ਰਾਈਕ ਬੋਟ ਦੇ ਉੱਤੇ ਜਿਹੜੀ ਸੈਕਿੰਡ ਸਟ੍ਰਾਈਕ ਹੋਈ ਸੀ ਉਸ ਨੂੰ ਲੈ ਕੇ ਕੱਲ ਜਿਹੜੇ ਪੀਟ ਹੈਗਸਟ ਆ ਉਹ ਕੈਬਨਿਟ ਦੀ ਮੀਟਿੰਗ ਜਦੋਂ ਚੱਲ ਰਹੀ ਸੀ ਉਹਨਾਂ ਨੂੰ ਵੀ ਜਿਹੜੇ ਸਵਾਲ ਜਵਾਬ ਇਸ ਬਾਬਤ ਕੀਤੇ ਗਏ। ਕਹਿੰਦੇ ਵੀ ਫੌਗ ਆਫ ਵਾਰ ਦੇ ਕਰਕੇ ਮੈਨੂੰ ਕੋਈ ਬਾੜੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਐਗਜ਼ੈਕਟਲੀ ਚੇਤਾ ਨਹੀਂ ਹੈਗੀਆਂ ਤੇ ਨਾਲ ਦੇ ਨਾਲ ਕਹਿੰਦੇ ਵੀ ਮੈਂ ਕੋਈ ਵੀ ਸਰਵਾਈਵਰ ਜਿਹੜਾ ਉੱਥੇ ਨਹੀਂ ਸੀ ਦੇਖਿਆ। ਤੇ ਹੁਣ ਜਿਹੜੇ ਟਰੰਪ ਅਧਿਕਾਰੀ ਇਹ ਕਹਿ ਰਹੇ ਆ ਵੀ ਜਿਹੜੀ ਦੂਜੀ ਸਟ੍ਰਾਈਕ ਕੀਤੀ ਗਈ ਸੀ ਉਹ ਡਰੱਗ ਬੋਟ ਨੂੰ ਡਿਸਟਰੋਏ ਕਰਨ ਦੇ ਲਈ ਸੀ, ਨਾ ਕਿ ਕਰੂ ਨੂੰ ਮਾਰਨ ਦੇ ਲਈ। ਵਾਰ ਕ੍ਰਾਈਮ ਦੇ ਜਿਹੜੇ ਦੋਸ਼ ਆ ਉਹ ਕਥਿਤ ਤੌਰ ਦੇ ਉੱਤੇ ਜਿਹੜੇ ਪੀਟ ਹੈਗਸਥ ਆ ਉਹਨਾਂ ਉੱਤੇ ਲੱਗ ਰਹੇ ਆ, ਜਿਨ੍ਹਾਂ ਨੇ ਬਾਅਦ ਦੇ ਵਿੱਚ ਐਡਮਿਰਲ ਬ੍ਰੈਡਲੀ ਦਾ ਨਾਮ ਲਿਆ ਸੀਗਾ ਵੀ ਉਹਨਾਂ ਨੇ ਇਸ ਦਾ ਜਿਹੜਾ ਆਦੇਸ਼ ਆ ਉਹ ਦਿੱਤਾ ਹੋ ਸਕਦਾ। ਕਹਿੰਦੇ ਵੀ ਮੈਂ ਤਾਂ ਸਾਰਾ ਕੁਝ ਦੇਖਿਆ ਨਹੀਂ ਆ, ਜਦ ਕਿ ਇਸ ਤੋਂ ਅਗਲੇ ਦਿਨ ਖੁਦ ਜਿਹੜੇ ਪੀਟ ਹੈਗਸਥ ਆ ਉਹ ਫੌਕਸ ਨਿਊਜ਼ ਤੇ ਆ ਕੇ ਇਹ ਕਹਿ ਰਹੇ ਸੀਗੇ ਵੀ ਹਾਂ ਭਾਈ ਮੈਂ ਇਸ ਪੂਰੇ ਆਪਰੇਸ਼ਨ ਨੂੰ ਵਾਚ ਜਿਹੜਾ ਉਹ ਲਾਈਵ ਕੀਤਾ ਹੈਗਾ ਆ। ਪੀਟ ਹੈਗਸਥ ਉਹੀ ਆ ਜਿਨ੍ਹਾਂ ਨੇ ਇੱਕ ਪੱਤਰਕਾਰ ਨੂੰ ਆਪਣੇ ਜਿਹੜੇ WhatsApp ਦੇ ਗਰੁੱਪ ਦੇ ਵਿੱਚ ਪਾ ਕੇ ਰੱਖਿਆ ਹੋਇਆ ਸੀ, ਉਹਨੂੰ ਪਤਾ ਹੀ ਨਹੀਂ ਸੀਗਾ ਤੇ ਜਿਹੜੇ ਵਾਰ ਪਲਾਨਸ ਆ ਉਹ ਉਸ ਗਰੁੱਪ ਦੇ ਵਿੱਚ ਸ਼ੇਅਰ ਕੀਤੇ ਜਾ ਰਹੇ ਸੀ। ਇਹਨਾਂ ਉੱਤੇ ਇਹ ਵੀ ਦੋਸ਼ ਆ ਵੀ ਇਹਨਾਂ ਨੇ ਆਪਣੇ ਭਰਾ ਤੇ ਸ਼ਾਇਦ ਭਰਜਾਈ ਤੱਕ ਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਜਿਹੜੇ ਵਾਰ ਦੇ ਪਲਾਨਸ ਆ ਉਹ ਸ਼ੇਅਰ ਜਿਹੜੇ ਉਹ ਕਰ ਦਿੱਤੇ ਸੀਗੇ। ਸੋ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲਿਨ ਲਵਿਟ ਉਹਨਾਂ ਨੇ ਜਿਹੜਾ ਉਹ ਕੱਲ ਦੱਸਿਆ ਸੀਗਾ ਵੀ ਐਡਮਿਰਲ ਫਰੈਂਕ ਬ੍ਰੈਡਲੀ ਆ ਉਹ ਇਸ ਆਪਰੇਸ਼ਨ ਨੂੰ ਓਵਰਸੀ ਕਰ ਰਹੇ ਸੀਗੇ। ਡਿਫੈਂਸ ਸਕੱਤਰ ਪੀਟ ਹੈਗਸਥ ਇਸ ਮਾਮਲੇ ਤੋਂ ਬਾਅਦ ਚ ਜਿਹੜੀ ਕੈਬਨਿਟ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਵੀ ਦੂਜੀ ਸਟ੍ਰਾਈਕ ਸੰਕ ਦਾ ਬੋਟ ਸੀਗੀ, ਨਾ ਤੇ ਐਲੀਮੀਨੇਟ ਕਰਨ ਦੇ ਲਈ ਥ੍ਰੈਟ ਸੀਗੀ। ਪਹਿਲਾਂ ਤਾਂ ਦੇਖੋ ਹਰਜੋਤ ਸਿੰਘ ਜੀ ਇਹ ਕਹਿ ਰਹੇ ਸੀ ਵੀ ਆਦੇਸ਼ ਹੀ ਨਹੀਂ ਕੋਈ ਦਿੱਤਾ, ਹੁਣ ਇਹ ਕਹਿ ਰਹੇ ਵੀ ਆਦੇਸ਼ ਤਾਂ ਦਿੱਤਾ ਪਰ ਹੁਣ ਜਿਹੜੀ ਆ ਬੋਟ ਨੂੰ ਜਿਹੜਾ ਉਹ ਮਾਰਨ ਦੇ ਲਈ ਕੀਤਾ, ਵੀ ਉਸ ਨੂੰ ਡੋਬਣ ਦੇ ਲਈ ਕੀਤਾ ਆ। ਪਹਿਲਾਂ ਸੱਚ ਬੋਲ ਰਹੇ ਸੀ ਕਿ ਹੁਣ ਸੱਚ ਬੋਲ ਰਹੇ ਆ ਕਿ ਦੋਨੋਂ ਵਾਰੀ ਝੂਠ ਬੋਲ ਰਹੇ ਆ, ਇਹ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਸਵਾਲ ਆ। ਸੋ ਇਸ ਤੱਤੇ ਪਾਣੀ ਦੇ ਵਿੱਚ ਜ਼ਰੂਰ ਫਸੇ ਹੋਏ ਨੇ, ਇਹ ਨਿਕਲ ਜਾਣਗੇ। ਟਰੰਪ ਹੁਣੀ ਇਹਨੂੰ ਕੱਢ ਕੇ ਲੈ ਜਾਣਗੇ ਜਾਂ ਇਸ ਦੀ ਬਲੀ ਲਈ ਜਾ ਸਕਦੀ ਆ, ਜਿੱਦਾਂ ਇਸ ਟਾਈਮ ਐਡਮਿਰਲ ਬ੍ਰੈਡਲੀ ਦੀ ਲੱਗਦਾ ਵੀ ਜਿੱਦਾਂ ਬਲੀ ਲੈਣ ਦੀ ਕੋਸ਼ਿਸ਼ ਹੋ ਰਹੀ ਆ ਵੀ ਭਾਈ ਨਜ਼ਲਾ ਜਿਹੜਾ ਆ ਜਾਂ ਜ਼ਿੰਮੇਵਾਰੀ ਆ ਉਹਨਾਂ ਦੇ ਮੋਢਿਆਂ ਦੇ ਉੱਤੇ ਭਾਰ ਜਿਹੜਾ ਉਹ ਪਾ ਦਿੱਤਾ ਜਾਵੇ। ਸੋ ਕਥਿਤ ਤੌਰ ਦੇ ਉੱਤੇ ਵਾਰ ਕ੍ਰਾਈਮ ਦੇ ਜਿਹੜੇ ਦੋਸ਼ਾਂ ਨੂੰ ਨਕਾਰਦੇ ਹੋਏ ਇਹ ਕਹਿ ਰਹੇ ਆ ਵੀ ਅਸੀਂ ਕਰੂ ਨੂੰ ਨਹੀਂ, ਅਸੀਂ ਤਾਂ ਸਿਰਫ ਭਾਈ ਜਿਹੜੀ ਡਰੱਗ ਬੋਟ ਆ ਉਸ ਨੂੰ ਡਿਸਟਰੋਏ ਕਰਨ ਦੇ ਲਈ ਦੂਜੀ ਸਟ੍ਰਾਈਕ ਕੀਤੀ ਸੀਗੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਸੰਦੀਪ ਸਨੀ ਸਿੱਧੂ ਇੱਕ ਕੈਨੇਡੀਅਨ ਆਫੀਸਰ ਜੋ ਉੱਥੇ ਦੇ ਕਸਟਮ ਦੇ ਵਿੱਚ ਸੀਗਾ ਤੇ ਇੰਡੀਆ ਦੀ ਸਰਕਾਰ ਨੇ ਕੁਝ ਸਮਾਂ ਪਹਿਲਾਂ ਉਹਦਾ ਜਿਹੜਾ ਨਾ ਫੋਟੋ ਲਾ ਕੇ ਕਹਿਤਾ ਸੀ ਵੀ ਟੈਰਰਿਸਟ ਆ, ਹਾਲਾਂਕਿ ਉਹ ਉੱਥੇ ਦਾ ਬੋਰਨ ਕਿਸੇ ਤਰ੍ਹਾਂ ਵੀ ਇਨਵੋਲਵ ਨਹੀਂ ਸੀ। ਉਸ ਨੇ $9 ਮਿਲੀਅਨ ਦੇ ਜਿਹੜੇ ਡੈਮੇਜਸ ਆ ਇੰਡੀਆ ਦੀ ਸਰਕਾਰ ਤੇ ਨਾਲ ਦੀ ਨਾਲ ਜਿਹੜਾ ਆ ਕੈਨੇਡੀਅਨ ਗਵਰਨਮੈਂਟ ਦੇ ਉੱਤੇ ਲਾਸੂਟ ਫਾਈਲ ਕਰ ਦਿੱਤਾ। ਇਹਦੇ ਵਿੱਚ ਉਸ ਨੂੰ ਇੱਕ ਤਰ੍ਹਾਂ ਨਾਲ ਬਹੁਤ ਖਤਰਨਾਕ ਖਾਲਿਸਤਾਨੀ ਐਕਸਟ੍ਰੀਮਿਸਟ ਕਰਕੇ ਜਿਹੜਾ ਆ ਭਾਰਤ ਦੀ ਸਰਕਾਰ ਨੇ ਦੱਸਿਆ ਸੀ। ਸੰਦੀਪ ਸਿੰਘ ਸਨੀ ਸਿੱਧੂ ਕਰਕੇ ਜਾਣਿਆ ਜਾਂਦਾ, BC ਬੋਰਨ, ਉੱਥੇ ਦੀ ਜਿਹੜੀ CBSA ਦਾ ਆਫੀਸਰ ਆ 2 ਦਹਾਕਿਆਂ ਤੋਂ, ਤੇ ਉਹਨ ਓਨਟਾਰੀਓ ਸੁਪੀਰੀਅਰ ਕੋਰਟ ਆ ਉੱਥੇ ਇਹ ਲਾਸੂਟ ਫਾਈਲ ਕੀਤਾ ਹੈਗਾ ਆ। ਇੰਡੀਅਨ ਅਥਾਰਟੀਜ਼ ਨੇ ਕਿਹਾ ਵੀ ਸਾਡੇ ਤੋਂ ਗਲਤੀ ਹੋ ਗਈ ਸੀ ਕਿਉਂਕਿ ਜਿਹੜੀ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਮਿਸ ਇਨਫੋਰਮੇਸ਼ਨ ਦਿੱਤੀ ਗਈ ਸੀ, ਪਰ ਕੈਨੇਡਾ ਵਾਲਿਆਂ ਨੇ ਵੀ ਜਿਹੜਾ ਉਸ ਨੂੰ ਵੈਰੀਫਾਈ ਨਹੀਂ ਕੀਤਾ। ਹਾਲਾਂਕਿ ਉਸ ਮੀਡੀਆ ਦੇ ਵਿੱਚ ਕਾਫੀ ਚਿਰ ਉਹਦਾ ਜਿਹੜਾ ਪ੍ਰਚਾਰ ਚੱਲਦਾ ਰਿਹਾ। ਟੋਰਾਂਟੋ ਦੇ ਵਕੀਲ ਜੈਫਰੇ ਕਰੋਕਰ ਉਹ ਜੋ ਹੈਗੇ ਆ ਉਹ ਸਿੱਧੂ ਨੂੰ ਰਿਪਰੈਜ਼ੈਂਟ ਕਰਦੇ ਆ। ਉਹ ਕਹਿੰਦੇ ਵੀ ਜਿਹੜਾ ਸਿੱਧੂ ਆ ਇਹਨੂੰ ਟਾਰਗੇਟ ਇਸ ਕਰਕੇ ਕੀਤਾ ਗਿਆ, ਉਹਦਾ ਲਾਸਟ ਨੇਮ ਸਿੱਖ ਸਰਨੇਮ ਆ ਤੇ ਉਹਦੀ ਵਿਜ਼ਿਬਿਲਿਟੀ ਬਹੁਤ ਆ ਬਾਰਡਰ ਸਿਕਿਉਰਿਟੀ ਦੇ ਵਿੱਚ। ਤੇ ਇਸ ਸੂਟ ਦੇ ਵਿੱਚ ਲਾਸੂਟ ਦੇ ਵਿੱਚ ਇਹ ਕਿਹਾ ਗਿਆ ਵੀ ਰੋਂਗਫੁਲੀ ਉਹਨੂੰ ਜਿਹੜਾ ਆ ਵੀ ਖਤਰਨਾਕ ਖਾਲਿਸਤਾਨੀ ਐਕਸਟ੍ਰੀਮਿਸਟ ਇੰਪਲੋਇਡ ਬਾਈ ਦਾ ਕੈਨੇਡੀਅਨ ਗਵਰਨਮੈਂਟ ਕਹਿ ਕੇ ਭਾਰਤ ਦੀ ਸਰਕਾਰ ਵੱਲੋਂ ਪ੍ਰਚਾਰਿਆ ਗਿਆ ਸੀਗਾ। ਸੋ ਜਦੋਂ ਅਕਤੂਬਰ ਮਹੀਨੇ ਦੇ ਵਿੱਚ ਇਹ ਸਾਰਾ ਕੁਝ ਪਬਲਿਕ ਹੋ ਗਿਆ, ਇੰਡੀਅਨ ਮੀਡੀਆ ਨੇ ਜਿਹੜਾ ਉੱਥੇ ਦਾ ਮੀਡੀਆ ਆ ਤੁਹਾਨੂੰ ਪਤਾ ਹੀ ਆ ਵੀ ਬਹੁਤ ਭੰਡੀ ਪ੍ਰਚਾਰ ਕਰਦਾ ਰਹਿੰਦਾ, ਉਹਨਾਂ ਨੇ ਇੱਕ ਬਹੁਤ ਖਤਰਨਾਕ ਅੱਤਵਾਦੀ ਕਰਕੇ ਜਿਹੜਾ ਆ ਇਸ ਨੂੰ ਡਿਕਲੇਅਰ ਕਰ ਦਿੱਤਾ ਤੇ ਕਹਿੰਦੇ ਵੀ ਇਹਦੇ ਕਨੈਕਸ਼ਨ ਆ ਬੈਂਡ ਆਰਗੇਨਾਈਜੇਸ਼ਨ ਨਾਲ, ਵਾਇਲੈਂਟ ਐਕਟਸ ਜਿਹੜਾ ਕਰਦਾ ਹੈਗਾ। ਸਿੱਧੂ ਨੇ ਲੋ ਪ੍ਰੋਫਾਈਲ ਰੱਖਿਆ ਸੀ, ਸਿਰਫ ਇੱਕ ਹੀ ਜਗ੍ਹਾ ਉਸਨੇ ਆਪਣੀ ਇੰਟਰਵਿਊ ਦਿੱਤੀ ਸੀ ਬਾਰਡਰ ਸਿਕਿਉਰਿਟੀ ਦੇ ਜਿਹੜੀ TV ਸੀਰੀਜ਼ ਹੁੰਦੀ ਆ ਕੈਨੇਡਾ ਫਰੰਟ ਲਾਈਨ, ਤੇ
ਉਸਨੇ ਕਿਹਾ ਵੀ ਮੈਨੂੰ ਲੁਕਣਾ ਪਿਆ, ਮੈਂ ਬਾਹਲਾ ਪਬਲਿਕ ਦੇ ਵਿੱਚ ਨਹੀਂ ਆਇਆ, ਤੇ ਕਹਿੰਦੇ ਵੀ ਮੈਂ ਕਿਤੇ ਇੱਕ ਵਾਰ ਵੀਜ਼ਾ ਲਿਆ ਸੀ, ਉੱਥੋਂ ਮੇਰੀ ਜਿਹੜੀ ਫੋਟੋ ਨਹੀਂ ਚੱਕ ਲਈ, ਤੇ ਕਿਸੇ ਵੀ ਤਰ੍ਹਾਂ ਕਦੇ ਵੀ ਉਹ ਇਨਵੋਲਵ ਨਹੀਂ ਸੀਗਾ। ਤੇ ਹਾਲਾਂਕਿ ਉਸਨੂੰ ਕੰਮ ਤੋਂ ਉਹਦੀ ਛੁੱਟੀ ਨਹੀਂ ਕੀਤੀ ਗਈ ਸੀਗੀ। ਜਿਹੜੀ CBSA ਆ, ਉਹਨਾਂ ਨੇ ਕਨਫਰਮ ਕੀਤਾ ਵੀ ਸਿੱਧੂ ਹਜੇ ਵੀ ਸਾਡਾ EMPLOYEE ਹੈਗਾ, ਤੇ ਕਿਸੇ ਤਰ੍ਹਾਂ ਦਾ ਵੀ ਉਹਦੇ ਅਗੇਂਸਟ ਐਵੀਡੈਂਸ ਨਹੀਂ ਹੈਗਾ ਜੋ ਐਲੀਗੇਸ਼ਨਸ ਭਾਰਤ ਦੀ ਸਰਕਾਰ ਵੱਲੋਂ ਲਾਈਆਂ ਗਈਆਂ ਸੀਗੀਆਂ। ਸੋ ਸਿੱਧੂ ਹੁਣੀ ਕੰਪਨਸੇਸ਼ਨ ਮੰਗ ਰਹੇ ਆ ਵੀ ਉਹਨਾਂ ਦਾ ਜਿਹੜਾ ਰੈਪੂਟੇਸ਼ਨ ਆ ਉਹ ਡੈਮੇਜ ਕੀਤਾ ਗਿਆ, ਉਹਦੀ ਇਨਕਮ ਵੀ ਲਾਸ ਹੋਈ ਕਿਉਂਕਿ ਉਨਾ ਚਿਰ ਉਹ ਕੰਮ ਤੇ ਨਹੀਂ ਰਹੇ, ਸਾਈਕੋਲੋਜੀਕਲ ਹਾਰਮ ਹੋਇਆ, ਤੇ CBSA ਨੂੰ ਵੀ ਕੋ ਡਿਫੈਂਡੈਂਟ ਇਸ ਕੇਸ ਦੇ ਵਿੱਚ ਕੀਤਾ ਗਿਆ ਹੈਗਾ। ਹੁਣ ਜਿਹੜੀ ਕੋਰਟ ਹੀਅਰਿੰਗ ਆ ਉਹ 2026 ਦੇ ਸ਼ੁਰੂਆਤ ਦੇ ਵਿੱਚ ਹੋਵੇਗੀ। ਜੀ ਬਿਲਕੁਲ, ਹੁਣ ਤੁਸੀਂ ਦੇਖ ਲਓ ਵੀ ਇਹ ਆਪਾਂ ਖਬਰ ਪਹਿਲਾਂ ਵੀ ਜਦੋਂ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਇਸ ਦੇ ਨਾਲ ਸਨੀ ਸਿੱਧੂ ਦੇ ਨਾਲ ਹੋਇਆ, ਤੇ ਬਿਲਕੁਲ ਉਸ ਦਾ ਲਾਸਟ ਨੇਮ ਜਿਹੜਾ ਸਿੱਖ ਨਾਮ ਦੇਖਦੇ ਹੋਏ ਉਸ ਦੇ ਉੱਤੇ ਇਦਾਂ ਕੂੜ ਪ੍ਰਚਾਰ ਇਸ ਤੇ ਉਲਟ ਚਲਾਇਆ ਗਿਆ। ਜਿੱਦਾਂ ਤੁਸੀਂ ਕਿਹਾ ਵੀ ਖਤਰਨਾਕ ਅੱਤਵਾਦੀ ਤੱਕ ਜਿਹੜਾ ਉਹ ਆਖਿਆ ਗਿਆ। ਇਹ ਜਿਹੜੇ ਇੰਡੀਅਨ ਟੈਲੀਵਿਜ਼ਨ ਨਿਊਜ਼ ਐਂਕਰ ਸੀ, ਉਹਨਾਂ ਨੇ ਆਪਣੇ ਲੱਖਾਂ ਹੀ ਜਿਹੜੇ ਵਿਊਅਰਸ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਆਖਿਆ, ਕਹਿੰਦੇ ਵੀ ਟਰੂਡੋ ਦੇ ਟੈਕਸ ਦੇ ਫੰਡਾਂ ਦੇ ਨਾਲ ਚੱਲਦਾ ਟੈਰਰਿਸਟ, ਕੈਨੇਡਾ ਰਿਵਾਰਡਸ ਅਸੈਸਨ, ਇਦਾਂ ਦੇ ਡਰਟੀ ਕੈਨੇਡੀਅਨ ਸੀਕ੍ਰੇਟਸ, ਇਦਾਂ ਦੇ ਜਿਹੜੇ ਬੈਨਰਸ ਆ ਲਾ ਕੇ ਇਸ ਨੂੰ ਜਿਹੜਾ ਕਾਫੀ ਜ਼ਿਆਦਾ ਕੂੜ ਪ੍ਰਚਾਰ ਇਸ ਦੇ ਉਲਟ ਮੁੰਡੇ ਦੇ ਜਿਹੜਾ ਉਹ ਕੀਤਾ ਗਿਆ। ਸੋ ਹੁਣ $9 ਮਿਲੀਅਨ ਪਰਸਨਲ ਇੰਜਰੀ ਡੈਮੇਜਸ ਦੇ ਲਈ ਜਿਹੜੇ ਇਹ ਸੀਕ ਕਰ ਰਿਹਾ ਆ ਵੀ ਨਵੀਂ ਦਿੱਲੀ ਤੋਂ ਇਸ ਤੇ ਉਲਟ ਜਿਹੜਾ ਝੂਠ ਆ ਉਹ ਕੁਫਰ ਆ ਕਿਸ ਤਰੀਕੇ ਦੇ ਨਾਲ ਤੋਲਿਆ ਗਿਆ ਹੈਗਾ ਆ। ਸੋ ਇਹ ਪਹਿਲੀ ਵਾਰੀ ਨਹੀਂ, ਭਾਰਤ ਅਜਿਹੀਆਂ ਘਿਨਾਉਣੀਆਂ ਹਰਕਤਾਂ ਪਹਿਲਾਂ ਵੀ ਇਦਾਂ ਹੀ ਜਿਹੜਾ ਉਹ ਕਰਦਾ ਆ ਰਿਹਾ ਹੈਗਾ ਆ ਵੀ ਲੋਕਾਂ ਨੂੰ ਬਦਨਾਮ ਕਰਨਾ ਬਗੈਰ ਕਿਸੇ ਸਬੂਤ ਤੋਂ, ਜਸਟ ਬਿਕੋਜ਼ ਉਹਨਾਂ ਦੇ ਜਿਹੜਾ ਨੈਰੇਟਿਵ ਦੇ ਨਾਲ ਗੱਲ ਜਿਹੜੀ ਉਹ ਮੈਚ ਕਰਦੀ ਆ। ਸੋ ਸਿੱਖਾਂ ਦੇ ਉਲਟ ਬਿਰਤਾਂਤ ਸਿਰਜਣ ਨੂੰ ਦੇ ਵਿੱਚ ਇੱਕ ਅਜਿਹੀ ਜਿਹੜੀ ਭੂਮਿਕਾ ਭਾਰਤ ਦਾ ਜਿਹੜਾ ਉੱਥੇ ਦਾ ਮੀਡੀਆ ਆ ਉਹ ਲਗਾਤਾਰ ਇਦਾਂ ਹੀ ਬਣਾ ਰਿਹਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਟੈਨਸੀ ਤੋਂ ਆ ਰਹੀ ਆ। ਟੈਨਸੀ ਤੋਂ ਜਿਹੜੇ GOP ਦੇ ਕੈਂਡੀਡੇਟ ਸੀਗੇ ਉਹ ਜਿੱਤ ਗਏ ਆ, ਪਰ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਹੁਣ ਫਿਕਰਮੰਦ ਆ। ਜਿਸ ਤਰ੍ਹਾਂ ਸਟੀਵ ਕੋਰਨੈਕੀ ਉਹ ਕਹਿੰਦੇ ਆ ਵੀ ਇਹ GOP ਦੇ ਲਈ ਵਾਰਨਿੰਗ ਆ ਤੇ ਡੈਮੋਕ੍ਰੇਟਸ ਦੇ ਲਈ ਵੀ ਲੈਸਨ ਹੈਗਾ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਆਣੀਆਂ ਹੈਗੀਆਂ, ਕਿਉਂਕਿ 9 ਪੁਆਇੰਟ ਦੇ ਫਰਕ ਨਾਲ ਜਿਹੜੇ ਆ ਬੈਨ ਐਫਸ ਉਹ ਜਿੱਤੇ ਹੈਗੇ ਆ ਇਸ ਡਿਸਟ੍ਰਿਕਟ ਦੇ ਵਿੱਚ, ਜਦੋਂ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਜਦੋਂ ਪਿਛਲੀ ਵਾਰੀ ਇਲੈਕਸ਼ਨ ਹੋਈ ਆ 22 ਪੁਆਇੰਟ ਦੇ ਫਰਕ ਦੇ ਨਾਲ ਜਿੱਤੇ ਸੀਗੇ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਰਿਪਬਲਿਕਨਸ ਨੇ ਆਪਣਾ ਹੋਲਡ ਕਾਫੀ ਜਿਹੜਾ ਆ ਉਹ ਲੂਜ਼ ਕੀਤਾ ਹੈਗਾ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਜਦੋਂ ਆਪਾਂ ਕੱਲ ਸ਼ਾਮੀ ਖਬਰਾਂ ਕਰ ਰਹੇ ਸੀਗੇ ਵੀ ਉਸ ਟਾਈਮ ਦੇ ਉੱਤੇ ਤਾਂ ਚੱਲ ਰਿਹਾ ਸੀਗਾ ਵੀ ਭਾਈ ਹਾਂਜੀ ਵੀ ਉਹ ਲੀਡ ਕਰ ਰਹੀ ਸੀਗੀ ਜਿਹੜੀ ਡੈਮੋਕ੍ਰੇਟ ਪਾਰਟੀ ਦੀ, ਪਰ ਇਵੈਂਚੁਅਲੀ ਖਬਰਾਂ ਕਰਦੇ ਕਰਦੇ ਹੀ ਉਸ ਦੇ ਵਿੱਚ ਪਾਸਾ ਜਿਹੜਾ ਉਹ ਪਲਟ ਗਿਆ ਸੀ ਤੇ ਇਵੈਂਚੁਅਲੀ ਉਹ ਜਿੱਤ ਗਏ ਸੀਗੇ। ਸੋ ਟਰੰਪ ਹੁਣਾਂ ਨੂੰ ਜਦੋਂ ਇਦਾਂ ਦੀਆਂ ਗੱਲਾਂ, ਮਾਈਕ ਜੌਨਸਨ ਹੁਣਾਂ ਨੂੰ ਇਦਾਂ ਦੀਆਂ ਗੱਲਾਂ ਕਹਿਣੀਆਂ ਪੈਣ ਵੀ ਇਹ ਤਾਂ ਕ੍ਰਿਸਚੀਅਨਿਟੀ ਨੂੰ ਹੇਟ ਕਰਨ ਵਾਲੀ ਆ, ਇਹ ਤਾਂ ਕੰਟਰੀ ਮਿਊਜ਼ਿਕ ਨੂੰ ਲਾਈਕ ਨਹੀਂ ਕਰਦੀ, ਇਦਾਂ ਦੇ ਨੂੰ ਤੁਹਾਨੂੰ ਰਿਪਰੈਜ਼ੈਂਟੇਟਿਵ ਨਹੀਂ ਜਿਹੜਾ ਉਹ ਕਰਨਾ ਜਿਹੜਾ ਚਾਹੀਦਾ, ਉਹੀ ਚੀਜ਼ ਜਿਹੜਾ ਹਰਜੋਤ ਸਿੰਘ ਜੀ ਇਹ ਉਦਾਂ ਦੇ ਹੀ ਬਿਆਨ ਆ ਜਿੱਦਾਂ ਦੇ ਆਪਾਂ ਭਾਰਤ ਦੀ ਜਿਹੜੀ ਸਿਆਸਤ ਦੇ ਵਿੱਚ ਜਿਹੜੇ ਸੁਣਦੇ ਆ ਵੀ ਧਰਮ ਨੂੰ ਲੈ ਕੇ ਉਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਆ ਉਹਨੂੰ ਲੈ ਕੇ ਜਦੋਂ ਚੱਲਦੇ ਆ ਤਾਂ ਇੱਥੋਂ ਇਹ ਪਤਾ ਲੱਗਦਾ ਵੀ ਜਿਹੜਾ ਕੰਮਕਾਜ ਆ, ਪਾਲਿਸੀ ਆ, ਉਹ ਬੈਕਫੁੱਟ ਦੇ ਉੱਤੇ ਜਿਹੜੀ ਉਹ ਜਾਣ ਪਹੁੰਚੀ ਆ। ਤੇ ਜਦ ਉਹ ਉਸ ਤਰੀਕੇ ਦੇ ਨਾਲ ਵਾਪਰਦਾ ਤੇ ਉਹ ਕੋਈ ਬਾੜੇ ਚੰਗੇ ਸੰਕੇਤ ਨਹੀਂ ਹੁੰਦੇ ਮੁਲਕ ਦੇ ਲਈ ਵੀ ਇਸ ਮੌਕੇ ਕੀ ਜਿਹੜਾ ਉਹ ਸੋਚਿਆ ਜਾ ਰਿਹਾ ਹੈਗਾ ਆ। ਸੋ ਲੋਕਾਂ ਨੂੰ ਵੀ ਇਸ ਚੀਜ਼ ਦਾ ਜਿਹੜਾ ਜ਼ਰੂਰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਆ ਵੀ ਇਦਾਂ ਦੀਆਂ ਗੱਲਾਂ ਨੂੰ ਨਾ ਦੇਖਦੇ ਹੋਏ ਜਿਹੜੇ ਆਪਣੇ ਜਿਹੜੇ ਵੋਟ ਆ ਉਹ ਕਿਸ ਆਧਾਰ ਦੇ ਉੱਤੇ ਜਿਹੜੀ ਉਹ ਤੁਸੀਂ ਪਾਉਣਾ ਚਾਹੁੰਦੇ ਜੀ। ਸੋ ਕਹਿੰਦੇ ਰਿਪਬਲਿਕਨਸ ਦੇ ਲਈ ਇਹ ਇੱਕ ਤਰ੍ਹਾਂ ਦੇ ਨਾਲ ਕਾਫੀ ਜ਼ਿਆਦਾ ਚਿੰਤਾ ਦਾ ਵਿਸ਼ਾ ਆ, ਕਿਉਂਕਿ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਹੈਗੀਆਂ ਉਹਨਾਂ ਤੇ ਬਹੁਤ ਵੱਡਾ ਅਸਰ ਪਊਗਾ, ਕਿਉਂਕਿ ਜਿਹੜੇ ਇੰਡੀਪੈਂਡੈਂਟ ਵੋਟਰਸ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਬੇਸ ਤੋਂ ਪਰੇ ਜਾ ਰਹੇ ਆ, ਤੇ ਜਿਹੜੇ ਕੰਜ਼ਰਵੇਟਿਵ ਬੇਸ ਹੈਗਾ ਉਹ ਫੇਥ ਵੀ ਲੂਜ਼ ਕਰ ਰਿਹਾ GOP ਦੇ ਮੈਜੋਰਟੀ ਦੇ ਵਿੱਚ। ਸੋ
ਹਾਲਾਂਕਿ ਉਸ ਜਿਹੜੀ ਬੀਬੀ ਖੜੀ ਸੀ, ਜਿਹੜੀ ਹਾਰੀ ਹੈ ਡੈਮੋਕ੍ਰੇਟਿਕ, ਇਹਨੂੰ ਏਓਸੀ ਆਫ ਟੈਨੇਸੀ ਕਿਹਾ ਜਾਂਦਾ ਆ। ਬਾਹਲੀ ਫਾਰ ਲੈਫਟ ਸੀ, ਪਰ ਫਿਰ ਵੀ ਬਹੁਤ ਵੱਡੀ ਜਿਹੜੀ ਟੱਕਰ ਦਿੱਤੀ ਹੈਗੀ ਆ। ਰਿਪਬਲਿਕਨਸ ਨੇ ਬਹੁਤ ਜ਼ਿਆਦਾ ਪੈਸਾ ਜਿਹੜਾ ਇੱਥੇ ਖਰਚ ਕੀਤਾ। ਈਵਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੂੰ ਜਿਹੜੇ ਟੈਲੀਫੋਨ ਦੇ ਰਾਹੀਂ ਮੈਸੇजेस ਆ ਉਹ ਪਲੇ ਕਰਨੇ ਪਏ ਉਹਨਾਂ ਦੇ, ਵੀ ਜਿਹੜੇ ਸਾਡਾ ਬੰਦਾ ਆ ਉਸ ਦਾ ਸਾਥ ਦਿਓ। ਬਿਲਕੁਲ। ਤੇ ਜਿਹੜਾ ਬੇਸਿਕਲੀ ਇਹ ਨਾ ਅਫੋਰਡੇਬਿਲਟੀ ਦੀ ਜਿਹੜਾ ਜੋ ਸਟੇਟ ਆਫ ਲਿਵਿੰਗ ਇਸ ਟਾਈਮ ਚੱਲ ਰਹੀ ਆ, ਅਫੋਰਡੇਬਿਲਟੀ ਕ੍ਰਾਈਸਿਸ ਆ, ਵੀ ਕਿਹੜਾ ਮਹਿੰਗਾ ਆ ਕਿਹੜਾ ਨਹੀਂ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਸ ਟਾਈਮ ਹਿੱਟ ਕਰ ਰਹੀਆਂ ਆ। ਤੇ ਲੋਕਾਂ ਨੂੰ ਜਿਹੜਾ ਆ ਉਹ ਧਿਆਨ ਦੇਖਣਾ ਪੈਣਾ, ਰਿਪਬਲਿਕਨਸ ਨੂੰ ਖਾਸ ਕਰਕੇ ਜੋ ਸਿਚੁਏਸ਼ਨ ਬਣ ਰਹੀ ਆ, ਜੋ ਮੱਧ ਰਿਹਾ ਹੈ ਇਸ ਟਾਈਮ, ਉਹਦੇ ਉੱਤੇ ਵਿਚਾਰ ਜਿਹੜਾ ਉਹ ਕਰਨਾ ਪੈਣਾ। ਅਦਰਵਾਈਜ਼ ਸਿਚੁਏਸ਼ਨ ਜਿਹੜੀ ਉਹ ਬੈਡ ਇਹਨਾਂ ਲਈ ਵੀ ਜਿਹੜੀ ਉਹ ਬਣ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਉਹ ਰੀਅਲ ਸਟੇਟ ਨੂੰ ਲੈ ਕੇ ਆ। ਕਹਿੰਦੇ ਵੀ ਆਉਣ ਵਾਲੇ ਸਾਲ ਦੇ ਵਿੱਚ, ਸਾਲ 2026 ਦੇ ਵਿੱਚ 22 ਦੇ ਕਰੀਬ ਜਿਹੜੇ ਅਮਰੀਕਾ ਦੇ ਸ਼ਹਿਰ ਆ ਜਿੱਥੇ ਘਰਾਂ ਦੀਆਂ ਪ੍ਰਾਈਸਿਸ ਡਿਪ ਹੋਣਗੀਆਂ, ਥੱਲੇ ਜਾਣਗੀਆਂ। ਕੈਲੀਫੋਰਨੀਆ 'ਚ ਵੀ ਹੈਗੇ ਆ। ਕਹਿੰਦੇ ਵੀ 6% ਤੋਂ ਵੱਧ ਜਿਹੜੀਆਂ ਆ ਪ੍ਰਾਈਸਿਸ ਆ, 100 ਜਿਹੜੇ ਸ਼ਹਿਰ ਅਮਰੀਕਾ ਦੇ ਉਹਨੇ ਕਾਊਂਟ ਕੀਤੇ ਆ, 100 ਦੇ ਵਿੱਚੋਂ 22 ਇਦਾਂ ਦੇ ਆ ਜਿਹੜੇ ਜਿੱਥੇ ਕਾਫੀ ਜ਼ਿਆਦਾ ਜਿਹੜੀ ਘਰਾਂ ਦੀਆਂ ਪ੍ਰਾਈਸਿਸ ਡਾਊਨ ਜਾ ਸਕਦੀਆਂ ਹੈਗੀਆਂ। ਕੈਲੀਫੋਰਨੀਆ ਦੇ ਵੀ 7-8 ਸ਼ਹਿਰ ਉਹਨਾਂ ਦੇ ਵਿੱਚ ਆਉਂਦੇ ਹੈਗੇ। ਇਹ ਸਾਰਾ ਕਾਸਾ ਇਹ ਇਸ ਕਰਕੇ ਹੋ ਰਿਹਾ ਕਿਉਂਕਿ ਪਿਛਲੇ 4 ਮਹੀਨਿਆਂ ਤੋਂ ਲੈ ਲਓ ਵੀ ADP ਵਾਲੇ ਇਹ ਕਹਿ ਰਹੇ ਵੀ US ਦੀ ਇਕਨੋਮੀ ਨੇ ਥਰਡ ਟਾਈਮ 4 ਮਹੀਨਿਆਂ ਦੇ ਵਿੱਚ ਜੌਬਸ ਲੂਜ਼ ਕੀਤੀਆਂ ਹੈਗੀਆਂ। 32,000 ਜੌਬਸ ਨਵੰਬਰ ਮਹੀਨੇ ਦੇ ਵਿੱਚ ਲੂਜ਼ ਕੀਤੀਆਂ। ਹਾਲਾਂਕਿ ਨਵੰਬਰ ਦਸੰਬਰ ਮਹੀਨਾ ਜਿਹੜਾ ਇਹ ਹੁੰਦਾ ਆ, ਇਹਦੇ 'ਚ ਬਹੁਤ ਸਾਰੀ ਹਾਇਰਿੰਗ ਹੁੰਦੀ ਆ, ਖਾਸ ਕਰਕੇ ਰੀਟੇਲ ਦੇ ਵਿੱਚ, ਕਿਉਂਕਿ ਥੈਂਕਸਗਿਵਿੰਗ ਹੁੰਦੀ ਆ, ਕ੍ਰਿਸਮਸ ਹੁੰਦੀ ਆ, ਤੇ ਸਟੋਰਾਂ ਵਾਲੇ ਹਾਇਰ ਕਰਦੇ ਹੈਗੇ ਆ। ਪਰ ਪ੍ਰਾਈਵੇਟ ਸੈਕਟਰ 'ਚ 32,000 ਜੌਬਸ ਨਵੰਬਰ ਮਹੀਨੇ ਦੇ ਵਿੱਚ ਲੂਜ਼ ਹੋਈਆਂ ਆ। ਬਿਗੇਸਟ ਡਿਕਲਾਈਨ ਆ ਸਪਰਿੰਗ ਆਫ 2023 ਤੋਂ ਬਾਅਦ। ਇਹ ਖਬਰ ਜਿਹੜੀ ਵਿਸਕੌਨਸਨ ਤੋਂ ਆ ਰਹੀ ਆ, 2 ਗੁਜਰਾਤੀ ਮੂਲ ਦੇ ਜਿਹੜੇ ਬੰਦੇ ਆ ਉਹਨਾਂ ਦੇ ਉੱਤੇ ਜਿਹੜਾ ਹੁਣ ਇਹ ਦੋਸ਼ ਆ ਵੀ ਉਹਨਾਂ ਨੇ ਇੱਕ ਬਜ਼ੁਰਗ ਨੂੰ ਜਿਹੜਾ ਹਰਜੋਤ ਸਿੰਘ ਜੀ ਲੁੱਟਿਆ, ਸਕੈਮ ਕੀਤਾ $6 ਲੱਖ ਤੋਂ ਵੱਧ, ਤੇ ਬਾਅਦ ਦੇ ਵਿੱਚ ਜਿਹੜੀ ਮਨੀ ਆ ਉਹ ਭਾਰਤ ਨੂੰ ਵੀ ਇਹਨਾਂ ਨੇ ਘੱਲ ਦਿੱਤੀ। ਸੋ ਮੋਦੀ ਹੁਣਾਂ ਦਾ ਜਿਹੜਾ ਗੁਜਰਾਤ ਮਾਡਲ ਆ ਉਹ ਲਗਾਤਾਰ ਇਸ ਕੰਮ ਦੇ ਵਿੱਚ ਜਿਹੜਾ ਉਹ ਅੱਗੇ ਹੀ ਚੱਲ ਰਿਹਾ ਆ। ਅੱਤ ਜਿਹੜੀ ਇਹ ਕਰਾਈ ਵੀ ਇਹ ਦੋਨੋਂ ਹੀ ਜਾਣੇ ਆਪਣੇ ਆਪ ਨੂੰ ਫੈਡਰਲ ਏਜੰਟ ਦੇ ਤੌਰ ਦੇ ਉੱਤੇ ਉਸ ਬਜ਼ੁਰਗ ਦੇ ਸਾਹਮਣੇ ਪੇਸ਼ ਜਿਹੜੇ ਉਹ ਕਰਦੇ ਰਹੇ। ਜਗਦੀਸ਼ ਕੁਮਾਰ ਨੰਦਾਨੀ ਤੇ ਚਿੰਤਨ ਠੱਕਰ ਦੋਨੋਂ ਹੀ ਜਿਹੜੇ ਗੁਜਰਾਤ ਤੋਂ ਆ, ਉਹਨਾਂ ਦੇ ਉੱਤੇ $1 ਲੱਖ ਤੋਂ ਵੱਧ ਦੇ ਮਨੀ ਲਾਂਡਰਿੰਗ ਦੇ ਤੇ $1 ਲੱਖ ਦੀ ਜਿਹੜੀ ਚੋਰੀ ਦੇ ਮੂਵੇਬਲ ਪ੍ਰਾਪਰਟੀ ਓਵਰ $100,000 ਉਹਦੇ ਜਿਹੜੇ ਦੋਸ਼ ਆ ਇਹ ਇਸ ਦੇ ਉੱਤੇ ਜਿਹੜੇ ਉਹ ਲੱਗ ਚੁੱਕੇ ਆ। $6,53,000 ਦੀ ਕੀਮਤ ਦਾ ਜਿਹੜਾ ਸੋਨਾ ਆ ਉਹਨੇ ਵਿਸਕੌਨਸਨ ਦੀ ਇੱਕ ਬਜ਼ੁਰਗ ਤੋਂ ਇਹਨਾਂ ਨੇ ਹਥਿਆ ਲਿਆ, ਸਾਈਫਨ ਕਰ ਲਿਆ, ਤੇ ਬਾਅਦ ਦੇ ਵਿੱਚ ਉਸ ਨੂੰ ਪੂਰਾ ਹੀ ਕੋਆਰਡੀਨੇਟਡ ਕਹਿੰਦੇ ਨੈਟਵਰਕ ਸੀਗਾ ਤੇ ਇੰਡੀਆ ਤੱਕ ਜਿਹੜਾ ਉਹਨਾਂ ਨੇ ਇੱਥੇ ਪਹੁੰਚਾ ਦਿੱਤਾ। ਸੋ ਇੱਕ ਵਾਰੀ ਕਹਿੰਦੇ ਆ ਵੀ ਜਦੋਂ ਹੱਥੋਂ ਤੁਹਾਡੇ ਸੋਨਾ ਇਦਾਂ ਸਕੈਮਰਸ ਦੇ ਹੱਥ ਲੱਗ ਜਾਂਦਾ ਆ, ਫਿਰ ਉਹ ਮਿਲਦਾ ਨਹੀਂ, ਫਿਰ ਉਹ ਭਾਲਦਾ ਨਹੀਂ। ਪਰ ਤੁਸੀਂ ਦੇਖੋ ਵੀ ਇਹਨਾਂ ਨੂੰ ਗੁਜਰਾਤ ਤੋਂ ਇਸ਼ਾਰੇ ਮਿਲ ਰਹੇ ਸੀ ਕਿ ਵੀ ਤੁਸੀਂ ਇਦਾਂ ਜਿਹੜਾ ਉਹ ਕਰਨਾ ਆ। ਚਿੰਤਨ ਠੱਕਰ ਤੇ ਜਗਦੀਸ਼ ਕੁਮਾਰ ਨੰਦਾਨੀ ਨੂੰ ਤੇ ਇਹਨਾਂ ਦੇ ਖਿਲਾਫ ਹੁਣ 20 ਨਵੰਬਰ ਨੂੰ ਜਿਹੜੇ ਚਾਰਜ ਆ ਉਹ ਫਾਈਲ ਕੀਤੇ ਗਏ ਆ। ਇਸ ਤਰੀਕੇ ਦੇ ਨਾਲ ਇਹਨਾਂ ਨੇ ਗੱਲਾਂ ਦੇ ਵਿੱਚ ਬੀਬੀ ਨੂੰ ਜਿਹੜਾ ਉਹ ਲਾਇਆ ਵੀ ਤੇਰਾ ਸੋਨਾ ਖਤਰੇ 'ਚ ਆ, ਤੂੰ ਸਾਨੂੰ ਫੜਾ, ਅਸੀਂ ਸੰਘੀ ਏਜੰਟ ਆ, ਅਸੀਂ ਫੈਡਰਲ ਏਜੰਟ ਆ, ਵੀ ਤੇਰਾ ਸੋਨਾ ਅਸੀਂ ਬਚਾ ਕੇ ਰੱਖਾਂਗੇ। ਉਹ ਪਹਿਲਾਂ ਮਾਰਚ ਦੇ ਵਿੱਚ $3,32,750 ਦੀ ਕੀਮਤ ਦਾ ਸੋਨਾ ਉਦੋਂ ਚੱਕਿਆ। ਫਿਰ ਉਸ ਤੋਂ ਬਾਅਦ 'ਚ 15 ਮਾਰਚ ਨੂੰ ਉਸਦੇ ਕਨੋਸ਼ਾ ਜਿਹੜਾ ਸ਼ਹਿਰ ਆ ਉਹਦੇ ਘਰੋਂ $1,39,500 ਦਾ ਜਿਹੜਾ ਸੋਨਾ ਆ ਉਹ ਜਿਹੜਾ ਉਹ ਚੱਕਿਆ। ਤੇ ਉਹ ਵਿਚਾਰੀ ਇੰਨੀ ਡਰ ਗਈ ਸੀਗੀ ਵੀ ਉਹਦੇ ਨਾਲ ਪਤਾ ਨਹੀਂ ਕੀ ਜਿਹੜਾ ਉਹ ਹੋ ਰਿਹਾ ਆ। ਇੰਪਰਸਨੇਟ ਕਰਦੇ ਰਹੇ ਫੈਡਰਲ ਏਜੰਟ ਜਿਹੜੇ ਉਹ ਬਣ ਕੇ ਵੀ ਤੇਰੇ ਬੈਂਕ ਅਕਾਊਂਟ ਹੈਕ ਹੋ ਗਏ ਆ, ਟ੍ਰਾਇਲ ਜਿਹੜੇ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਨਾਲ ਤੈਨੂੰ ਜੋੜਿਆ ਗਿਆ ਆ, ਵੀ ਤੂੰ ਆਪਣੀ ਜਿਹੜੀ ਲਾਈਫ ਸੇਵਿੰਗ ਆ ਸਾਨੂੰ ਜਿਹੜੀ ਉਹ ਫੜਾ ਦੇ, ਸੇਫ ਕੀਪਿੰਗ ਲਈ ਜਿਹੜੀ ਉਹ ਰੱਖਦੇ ਆ। ਉਹ ਵਿਚਾਰੀ ਘਰ ਵੀ ਵੇਚ ਗਈ ਹਰਜੋਤ ਸਿੰਘ ਜੀ ਡਰਦੀ ਮਾਰੀ। ਤੁਸੀਂ ਦੇਖ ਲਓ ਉਹ ਬੀਬੀ ਜਿਹੜੀ ਉਹ ਡਰਦੀ ਮਾਰੀ ਘਰ ਵੀ ਵੇਚ ਗਈ। ਲੱਖਾਂ ਹੀ ਡਾਲਰ ਦਾ ਜਿਹੜਾ ਸੋਨਾ ਆ, $6,53,000 ਦਾ ਜਿਹੜਾ ਟੋਟਲ ਲਾਸ ਵਿਚਾਰੀ ਨੂੰ ਜਿਹੜਾ ਉਹ ਹੋਇਆ ਆ। ਤੇ ਹੁਣ ਇਹ 2 ਜਿਹੜੇ ਗੁਜਰਾਤੀ ਆ ਮੋਦੀ ਭਗਤ ਨੇ ਉਹ ਹੁਣ
ਇੱਥੇ ਜਿਹੜੇ ਇਹਨਾਂ ਨੇ ਫੜੇ ਹੈਗੇ ਆ। ਐਡੀਸਨ ਇਲੀਨੋਇਸ ਤੋਂ ਕਹਿੰਦੇ ਨੰਦਾਨੀ ਨੂੰ ਜਿਹੜਾ ਉਹ ਮਾਰਚ ਦੇ ਵਿੱਚ ਹੀ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਸੀ, ਜਿੱਥੇ ਉਹ ਕਬੂਲ ਕੀਤਾ ਉਹਨੇ ਵੀ ਹਾਂ ਭਾਈ ਕਨੋਸ਼ਾ ਤੋਂ ਸੋਨਾ ਜਿਹੜਾ ਉਹ ਚੱਕ ਕੇ ਆਇਆ ਆ, ਤੇ ਉਹਨੇ ਆਇਡੈਂਟੀਫਾਈ ਕੀਤਾ ਵੀ ਭਾਈ ਇਸ ਕਾਂਡ ਦੇ ਵਿੱਚ ਮੈਂ ਇਕੱਲਾ ਨਹੀਂ, ਮੇਰਾ ਜਿਹੜਾ ਭਰਾ ਆ ਠੱਕਰ ਵੀ ਇਸ ਦੇ ਵਿੱਚ ਇਹਦਾ ਪਾਰਟਨਰ ਸੀ, ਨਾਟ ਲਾਈਕ ਰੀਅਲ ਭਰਾ ਨਹੀਂ ਆ, ਮਤਲਬ ਵੀ ਚੋਰ ਮਸੇਰੇ ਭਾਈ ਜਿੱਦਾਂ ਕਹਿੰਦੇ ਹੁੰਦੇ ਆ, ਵੀ ਉਹ ਇਸ ਤਰੀਕੇ ਦੇ ਨਾਲ ਜਿਹੜੇ ਉਹ ਕਰ ਰਹੇ ਸੀ। ਪੁਲਿਸ ਨੇ ਕਿਹਾ ਵੀ ਉਹ ਕਮਿਊਨੀਕੇਸ਼ਨ ਕਰ ਰਹੇ ਸੀ ਇੰਡੀਆ ਦੇ ਵਿੱਚ ਇੱਕ ਬੰਦੇ ਦੇ ਨਾਲ, ਜਿਹੜਾ ਕਿ ਰਾਹੁਲ ਨਾਮ ਦੇ ਨਾਲ ਉੱਥੇ ਜਾਣਿਆ ਜਾਂਦਾ ਆ। ਸੋ ਇਹ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਆ ਹੁਣ ਨਵਾਂ ਟਰਮ ਹਰਜੋਤ ਸਿੰਘ ਜੀ ਅੱਜ ਮੈਂ ਪੜ੍ਹ ਰਿਹਾ, ਫ੍ਰੀਲਾਂਸ ਸਕੈਮਰਸ ਵੀ ਉੱਥੇ ਦੇ ਨੈਟਵਰਕ ਦੇ ਮਤਲਬ ਇਹਦਾ ਮਤਲਬ ਕਿੰਨੇ ਨੈਟਵਰਕ ਚੱਲਦੇ ਹੋਣਗੇ ਸਕੈਮਿੰਗ ਦੇ, ਤੇ ਫ੍ਰੀਲਾਂਸ ਸਕੈਮਰ ਦੇ ਕਦੀ ਕਿਸੇ ਦੇ ਨਾਲ ਜੁੜ ਕੇ ਕਿਸੇ ਨੂੰ ਠੱਗਣਾ, ਕਦੀ ਕਿਸੇ ਦੇ ਨਾਲ ਜੁੜ ਕੇ ਕਿਸੇ ਨੂੰ ਠੱਗਣਾ। ਆਪਾਂ ਥੋੜੇ ਦਿਨ ਪਹਿਲਾਂ FBI ਦੇ ਦੁਆਰਾ ਜਿਹੜੀ ਸਪੈਸ਼ਲ ਬੁਲੇਟਿਨ ਜਾਰੀ ਹੋਇਆ ਸੀ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਵੀ ਕਿਵੇਂ ਆ। ਸੋ ਇਹ ਦੋ ਗੁਜਰਾਤੀਆਂ ਨੇ ਇੱਕ ਬੁੜੀ ਨੂੰ ਐਸਾ ਡਰਾਇਆ ਇੰਪਰਸਨੇਟ ਕੀਤਾ, ਸੰਘੀ ਏਜੰਟ ਜਿਹੜੇ ਉਹ ਬਣ ਕੇ, ਫੈਡਰਲ ਏਜੰਟ ਬਣ ਕੇ ਉਹ ਵਿਚਾਰੀ ਸੋਨਾ ਵੀ ਇਹਨਾਂ ਨੂੰ ਦੇਗੀ, ਡਰ ਦੀ ਮਾਰੀ ਘਰ ਵੀ ਜਿਹੜਾ ਉਹਨੂੰ ਵੇਚਣਾ ਪੈ ਗਿਆ, ਤੇ $6,53,000 ਦਾ ਵਿਚਾਰੀ ਨੂੰ ਘਾਟਾ ਜਿਹੜਾ ਉਹ ਹੁਣ ਪਿਆ ਆ। ਤੇ ਇਹ ਦੋ ਗੁਜਰਾਤੀ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਆ ਜੀ। ਸੋ ਬਿਲਕੁਲ ਰਾਜਕਰਮੀਰ ਸਿੰਘ ਜੀ, ਆਪਾਂ 2-3 ਮਿੰਟ ਅਵਾਮਾ ਕੇਅਰ ਕਵਰ ਕੈਲੀਫੋਰਨੀਆ ਬਾਰੇ ਗੱਲਬਾਤ ਕਰਾਂਗੇ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਦੱਸ ਦਈਏ ਵੀ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F898005 ਆ, ਤੇ ਆਪਾਂ ਕੈਲੀਫੋਰਨੀਆ ਦੇ ਵਿੱਚ 1992 ਦੇ ਵਿੱਚ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਆ, ਤੇ 2014 ਚ ਜਦੋਂ ਸ਼ੁਰੂ ਹੋਈ ਸੀ ਅਵਾਮਾ ਕੇਅਰ ਉਦੋਂ ਤੋਂ ਹੀ ਆਪਾਂ ਕਰ ਰਹੇ ਆ, ਤੇ ਸਾਡਾ ਆਫਿਸ ਸਾਰਾ ਸਾਲ ਖੁੱਲਾ ਰਹਿੰਦਾ ਆ, ਤੇ 10 ਤੋਂ ਵੱਧ ਸਾਡੇ EMPLOYEE ਆ, ਲਾਇਸੈਂਸ ਤਾਂ ਹੈਗੇ ਆ, ਤੇ ਕਿਸੇ ਵੀ ਟਾਈਮ ਪੂਰਾ ਸਾਲ ਤੁਸੀਂ ਕਾਲ ਕਰਕੇ ਜਿਹੜੀ ਆ ਅਪਡੇਟ ਕਰਾ ਸਕਦੇ ਹੋ। ਹੁਣ ਪ੍ਰੋਬਲਮ ਕੀ ਪੈ ਰਹੀ ਆ ਵੀ ਕਿਉਂਕਿ ਜਿਹੜੀ ਸਬਸਿਡੀਜ਼ ਆ ਉਹ ਬਹੁਤ ਸਾਰੀਆਂ ਘੱਟ ਕੀਤੀਆਂ ਜਾ ਰਹੀਆਂ ਹੈਗੀਆਂ, ਤੇ ਉਹਨੂੰ ਦੇਖਦੇ ਹੋਏ ਬਹੁਤ ਸਾਰੇ ਲੋਕਾਂ ਦਾ ਜਿਹੜਾ ਪ੍ਰੀਮੀਅਮ ਆ, ਜਿਹੜਾ ਰੀਨਿਊਅਲ ਪ੍ਰੀਮੀਅਮ 2026 ਦਾ ਆਣਾ ਆ, ਉਹ ਕਈਆਂ ਦਾ $0 ਸੀ $250 ਹੋ ਗਿਆ। ਪਰ ਮੈਂ ਅੱਜ ਇੱਕ ਨਿਊਜ਼ ਪੜ੍ਹਦਾ ਸੀ, ਅਲਾਮੀਡਾ ਕਾਉਂਟੀ ਦੇ ਵਿੱਚ ਕਹਿੰਦੇ 74,000 ਦੇ ਕਰੀਬ ਰੈਜ਼ੀਡੈਂਟਸ ਆ ਜਿਨ੍ਹਾਂ ਦੇ ਪ੍ਰੀਮੀਅਮ ਵੱਧ ਜਾਣਗੇ। ਇੱਕ ਬੀਬੀ ਨੇ ਦੱਸਿਆ, ਕਹਿੰਦੀ ਵੀ ਮੇਰੇ ਐਲ ਸਰੀਟੋ ਦੀ ਰਹਿਣ ਵਾਲੀ ਆ, $0 ਪੇ ਕਰਦੀ ਸੀ, ਹੁਣ ਮੇਰਾ $2,500 ਪ੍ਰੀਮੀਅਮ ਹੋ ਜਾਣਾ, ਤੇ ਮੈਂ $30,000 ਸਾਲ ਦਾ ਕਿੱਥੋਂ ਅਫੋਰਡ ਕਰੂੰਗੀ। ਸੋ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਆ ਵੀ ਅਸੀਂ ਡ੍ਰੌਪ ਕਰ ਦਾਂਗੇ। ਸੋ ਇੱਕ ਜ਼ਰੂਰ ਜਿੰਨੀ ਬੇਨਤੀ ਆ, ਜਿੰਨੇ ਵੀ ਸਰੋਤੇ ਸੁਣ ਰਹੇ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਕਿਤੇ ਵੀ ਤੁਸੀਂ ਰਹਿੰਦੇ ਆ, ਸੈਨ ਡੀਗੋ ਤੋਂ ਲੈ ਕੇ ਰੈਡਿੰਗ ਤਾਈਂ, ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਆਫਿਸ ਕਾਲ ਕਰ ਸਕਦੇ ਹੋ। ਇਹ ਨਾ ਵੇਟ ਕਰੋ ਵੀ ਤੁਹਾਡੀ ਆਟੋਮੈਟਿਕਲੀ ਰਿਨਿਊ ਹੋ ਜਾਣੀ ਆ, ਸਾਰਿਆਂ ਦੀ ਰਿਨਿਊ ਹੋ ਜਾਣੀ ਆਟੋਮੈਟਿਕਲੀ, ਹੋ ਵੀ ਗਈ ਆ, ਪਰ ਪ੍ਰੋਬਲਮ ਇਹ ਆ ਵੀ ਜਦੋਂ ਤੁਹਾਨੂੰ ਬਿੱਲ ਆਣਾ ਉਦੋਂ ਪਤਾ ਲੱਗਣਾ ਵੀ ਇਹ ਤਾਂ ਬਹੁਤ ਮਹਿੰਗੀ ਹੋ ਗਈ ਆ। ਸੋ ਮੇਕ ਸ਼ੋਰ ਕਰੋ, ਤੁਸੀਂ ਕਾਲ ਕਰੋ, ਤੇ ਤਾਂ ਕਿ ਤੁਹਾਡੀ ਜਿਹੜੀ ਪਲਾਨ ਆ ਉਹ ਚੇਂਜ ਕਰ ਸਕੋ। ਤੁਸੀਂ ਮੇਬੀ ਹਾਈ ਡਿਡਕਟੀਬਲ ਵਾਲੀ ਪਲਾਨ ਲੈ ਲਓ ਜਿਹੜੀ ਅਫੋਰਡ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਹੈਲਥ ਇੰਸ਼ੋਰੈਂਸ ਬਹੁਤ ਜ਼ਰੂਰੀ ਆ। ਰੱਬ ਨਾ ਕਰੇ ਕਿਤੇ ਇੱਕ ਦਿਨ ਵੀ ਹਸਪਤਾਲ ਚਲ ਗਿਆ, $20,000 ਦਾ ਜਿਹੜਾ ਬਿੱਲ ਆ ਜਾਂਦਾ ਹੈਗਾ, ਤੇ ਜੇ ਕਿਤੇ ਹਫ਼ਤਾ ਕੁ ਰਹਿ ਜਾਏ ਲੱਖਾਂ ਦੇ ਵਿੱਚ ਉਹ ਬਿੱਲ ਪਹੁੰਚ ਜਾਂਦਾ ਹੈਗਾ। ਸੋ ਘੱਟੋ ਘੱਟ ਜੇ ਐਮਰਜੈਂਸੀ ਪਲਾਨ ਵੀ ਹੋਵੇ ਤਾਂ ਉਹ ਬਚਾਅ ਹੋ ਜਾਂਦਾ ਹੈਗਾ। ਸੋ ਮੇਬੀ ਤੁਸੀਂ ਹਾਈ ਡਿਡਕਟੀਬਲ ਵਾਲੀ ਜਾਂ ਹੋਰ ਪਲਾਨ ਚੇਂਜ ਕਰ ਸਕਦੇ ਆ। ਬਹੁਤ ਸਾਰੀਆਂ ਪਲਾਨਸ ਬੰਦ ਵੀ ਹੋਈਆਂ ਹੈਗੀਆਂ, ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਲਿਓ 408-272-2500 408-272-2500। ਸੋ ਜਿਹਨੇ ਵੀ ਹਜੇ ਨਹੀਂ ਕਾਲ ਕੀਤੀ ਨਾ, ਉਹ ਕਾਲ ਜ਼ਰੂਰ ਕਰਨ, ਕਿਉਂਕਿ ਪ੍ਰੋਬਲਮ ਕੀ ਆ, ਹੁਣ ਇਸ ਮਹੀਨੇ ਦੇ ਐਂਡ ਤੱਕ ਤੁਹਾਨੂੰ ਬਿੱਲ ਆ ਜਾਣੇ ਆ, ਤੇ ਉਸ ਟਾਈਮ ਦੇ ਉੱਤੇ ਫਿਰ ਚੇਂਜ ਕਰਨਾ ਹਾਰਡ ਹੋਣਾ ਹੈਗਾ ਆ। ਤੇ ਜਿਨ੍ਹਾਂ ਨੇ ਨਹੀਂ ਹਜੇ ਤੱਕ ਅਪਲਾਈ ਕੀਤੀ, ਕਈ ਵਾਰੀ ਸਾਡੇ ਆਫਿਸ ਕਾਲ ਆਉਂਦੀ, ਜਾਂ ਮੈਨੂੰ 3 ਸਾਲ ਹੋ ਗਏ ਰਹਿੰਦੇ ਨੂੰ, ਮੈਨੂੰ ਪਤਾ ਹੀ ਨਹੀਂ ਸੀ ਵੀ ਹੈਲਥ ਇੰਸ਼ੋਰੈਂਸ ਲੈਣੀ ਆ। ਸੋ ਕਿਉਂਕਿ ਤੁਹਾਨੂੰ ਫਾਈਨ ਹੁੰਦਾ ਹੈਗਾ ਆ, ਤੇ ਫਾਈਨ ਵੀ ਕਾਫੀ ਵੱਡਾ ਹੁੰਦਾ ਹੈਗਾ। ਸੋ ਮੇਕ ਸ਼ੋਰ ਕਰੋ ਜਿਨ੍ਹਾਂ ਨੇ ਨਵੀਂ ਅਪਲਾਈ ਕਰਨੀ ਆ ਉਹ ਵੀ ਕਾਲ ਕਰਨ, ਤੇ ਜਿਨ੍ਹਾਂ ਨੇ ਰਿਨਿਊ ਕਰਾਣੀ ਆ ਉਹ ਵੀ ਜਿਹੜੀ ਕਾਲ ਕਰਨ, ਤਾਂ ਕਿ ਤੁਸੀਂ ਆਪਣੀ ਇਨਕਮ ਜੇ ਅਪਡੇਟ ਕਰਨੀ ਆ, ਫੈਮਿਲੀ ਸਾਈਜ਼ ਅਪਡੇਟ ਕਰਨੀ ਆ। ਕਈ ਵਾਰ ਨਿਆਣੇ 26 ਸਾਲ ਤੋਂ ਉੱਪਰ ਹੋ ਜਾਂਦੇ ਆ, ਤੇ ਕੋਈ ਨਿਆਣਾ ਵਿਆਹ ਹੋ ਜਾਂਦਾ, ਆਊਟ ਚਲਾ ਗਿਆ, ਕੋਈ ਹਸਬੈਂਡ ਵਾਈਫ ਆ, ਇੱਕ ਜਾਣੇ 65 ਤੋਂ ਉੱਪਰ ਹੋ ਗਿਆ, ਉਹਨੂੰ ਮੈਡੀਕੇਅਰ ਮਿਲਣਾ ਹੈਗਾ। ਬਹੁਤ ਸਾਰੇ ਕੁਐਸਚਨ ਸਾਨੂੰ ਮੈਡੀਕਲ ਦੇ ਸੰਬੰਧ ਦੇ ਵਿੱਚ ਵੀ ਆਉਂਦੇ, ਭਾਈ ਇਹ ਕਿਤੇ ਅਸੀਂ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੈ, ਕਿਤੇ ਇਹਨੂੰ ਐਜ਼ ਏ ਬੈਨੀਫਿਟ ਤਾਂ ਨਹੀਂ ਕਾਊਂਟ ਕੀਤਾ ਜਾਊਗਾ, ਜਿਸ ਤਰ੍ਹਾਂ ਟਰੰਪ ਨਹੀਂ ਕਹਿੰਦੇ। ਸੋ ਬਹੁਤ ਸਾਰੇ ਕੁਐਸਚਨ ਆ। ਸੋ ਸਾਡੇ ਪ੍ਰੋਫੈਸ਼ਨਲ ਸਾਰੇ ਲਾਇਸੈਂਸਡ ਬੰਦੇ ਹੈਗੇ ਆ, ਤੇ ਕਾਲ ਕਰ ਸਕਦੇ ਆ ਆਫਿਸ ਦੇ ਵਿੱਚ 408-272-2500 ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤਾਈਂ, ਕਿਸੇ ਵੀ ਦਿਨ ਜਿਹੜੇ ਆ ਮੰਡੇ ਟੂ ਫਰਾਈਡੇ ਤੇ ਸੈਚਰਡੇ ਤੁਸੀਂ ਕਾਲ ਕਰ ਸਕਦੇ ਹੋ ਜੀ।
ਬਿਲਕੁਲ। ਸੋ ਜਿਹੜਾ ਵੀ ਤੁਹਾਡਾ ਕੋਈ ਸਵਾਲ ਹੈਗਾ ਆ, ਖਾਸ ਕਰਕੇ ਇੰਸ਼ੋਰੈਂਸ ਨੂੰ ਲੈ ਕੇ, ਹੈਲਥ ਇੰਸ਼ੋਰੈਂਸ ਨੂੰ ਲੈ ਕੇ, ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਨੂੰ ਲੈ ਕੇ, ਤਾਂ ਉਸ ਦੇ ਬਾਰੇ ਜ਼ਰੂਰ ਗੱਲਬਾਤ ਜਿਹੜੀ ਉਹ ਕਰੋ। ਸੋ ਸਬਸਿਡੀਜ਼ ਦਾ ਕੀ ਬਣ ਰਿਹਾ, ਕੀ ਫ਼ਰਕ ਪਊਗਾ ਤੁਹਾਡੇ ਬਿੱਲ ਦੇ ਉੱਤੇ, ਉਹ ਜਿਹੜਾ ਜ਼ਰੂਰ ਮੇਕ ਸ਼ੋਰ ਜਿਹੜਾ ਉਹ ਕਰ ਲਓ, ਤਾਂ ਜੋ 31 ਦਸੰਬਰ ਤੋਂ ਪਹਿਲਾਂ ਇੱਕ ਤਾਂ ਤੁਸੀਂ ਤੁਹਾਡੇ ਮਨਪਸੰਦ ਦਾ ਤੁਹਾਡਾ ਹੈਲਥ ਇੰਸ਼ੋਰੈਂਸ ਦਾ ਤੁਹਾਡੇ ਕੋਲ ਪਲਾਨ ਹੋਵੇ, ਅਤੇ ਕਿੰਨਾ ਜਿਹੜਾ ਉਹ ਫ਼ਰਕ ਪੈਣਾ ਆ ਉਹਦੇ ਬਾਰੇ ਜ਼ਰੂਰ ਜਿਹੜਾ ਆ ਉਹ ਤੁਸੀਂ ਗੱਲਬਾਤ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 ਤੇ 2500 ਦੇ ਉੱਤੇ।